ਬਹੁਤੇ ਵੱਡੇ ਘਰਾਂ 'ਚ ਰਹਿਣ ਵਾਲੇ ਜਿਨ੍ਹਾਂ ਨੇ ਹਰ ਆਪਣੇ ਬੱਚੇ ਨੂੰ ਡਿਫਰੈਂਟ ਰੂਮ, ਡਿਫਰੈਂਟ ਬਾਥਰੂਮ, ਡਿਫਰੈਂਟ ਡਿਵਾਈਸਿਸ ਦਿੱਤੀਆਂ, ਤੁਸੀਂ ਇੱਕ ਡਿਵਾਈਡ ਖੜੀ ਕਰ ਰਹੇ ਹੋ ਬਹੁਤ ਅਰਲੀ ਔਨ ਕਿ ਆਹ ਤੇਰਾ ਆ, ਆਹ ਉਹਦਾ ਆ, ਤੇਰਾ ਆ, ਉਹਦਾ ਆ। ਇਹਨਾਂ ਨੇ ਮੇਰੇ ਤੇਰੇ 'ਚ ਹੀ ਉਲਝਣਾ ਸਾਰੀ ਉਮਰ, ਤੁਸੀਂ ਬਾਅਦ 'ਚ ਨਹੀਂ ਠੀਕ ਕਰ ਸਕਦੇ। ਤੁਸੀਂ ਜਦੋਂ ਜੁਆਇੰਟ ਫੈਮਿਲੀ ਸੀਗੇ ਜਾਂ ਇੱਕ ਘਰ 'ਚ ਸੀਗੇ, ਤੁਸੀਂ ਮੰਨ ਲਓ ਕਿ ਤੁਸੀਂ ਫਾਦਰ ਨੂੰ ਤੁਸੀਂ 2 ਲਾਤੀਆਂ, ਉਸੇ ਵੇਲੇ ਉਹਨੂੰ ਗਲਵੱਕੜੀ 'ਚ ਲੈਣ ਵਾਸਤੇ ਉਹਦੀ ਦਾਦੀ ਆ, ਉਹਦੀ ਤਾਈ ਆ, ਉਹਦਾ ਚਾਚਾ ਹੈ, ਉਹਦਾ ਤਾਇਆ ਹੈ, ਜਿਹੜਾ ਉਹਨੂੰ ਕਾਊਂਟਰ ਬੈਲੈਂਸ ਕਰਦਾ ਹੈ। ਚਲਾ ਯਾਰ ਤੂੰ ਛੱਡ ਡੈਡੀ ਨੂੰ, ਕੋਈ ਨਹੀਂ ਤੈਨੂੰ ਮੈਂ ਲੈ ਦਿੰਦਾ। ਬਟ ਇੱਥੇ ਕੀ ਹੋ ਗਿਆ, ਹੁਣ ਜਿਹੜੇ ਨਿਊਕਲੀਅਰ ਫੈਮਲੀਜ਼ ਨੇ, ਤੁਸੀਂ ਬੱਚੇ ਨੂੰ ਝਿੜਕ ਮਾਰਤੀ ਜਾਂ ਉਹਨੂੰ ਗੁੱਸੇ ਹੋ ਗਏ ਜਾਂ ਉਹਨੂੰ ਥੱਪੜ ਮਾਰਤਾ ਸਪੋਜ਼, ਉਹਦੇ ਕੋਲ ਕੋਈ ਕਾਊਂਟਰ ਮੈਜ਼ਰ ਨਹੀਂ ਹੈ। ਪਰ ਜੇ ਹੁਣ ਉਹਦੇ ਕੋਲ ਮੋਬਾਈਲ ਡਿੱਗ ਪਿਆ ਤੇ ਤੁਸੀਂ ਉਹਨੂੰ ਝਿੜਕਾਂ ਮਾਰਨੇ ਸ਼ੁਰੂ ਕਰਤੀਆਂ ਵੀ ਤੈਨੂੰ ਦਿਸਦਾ ਨਹੀਂ, ਤੈਨੂੰ ਕਿੰਨੀ ਵਾਰੀ ਕਿਹਾ ਤੂੰ, ਹੁਣ ਉਹਨੂੰ ਲੱਗਦਾ ਕਿ ਮੋਬਾਈਲ ਇਜ਼ ਮੋਰ ਇੰਪੋਰਟੈਂਟ ਦੈਨ ਮੀ। ਗੁੱਡ ਮਾਰਨਿੰਗ ਟੋਰਾਂਟੋ, ਤੁਸੀਂ ਸੁਣ ਰਹੇ ਹੋ ਜੀ। ਅਤੇ ਅਸੀਂ ਪਿਛਲੇ 2-3 ਹਫ਼ਤਿਆਂ ਤੋਂ ਗੱਲਬਾਤ ਇਹ ਸ਼ੁਰੂ ਕੀਤੀ ਹੈ ਕਿ ਜਿਹੜੇ ਬੱਚੇ ਨੇ ਸਾਡੇ, ਉਹਨਾਂ ਦੀ ਪਰਵਰਿਸ਼ ਨੂੰ ਲੈ ਕੇ ਇਸ ਵੇਲੇ ਕੁਛ ਵੱਡੀਆਂ ਪ੍ਰੋਬਲਮਸ ਨੇ, ਵੱਡੀਆਂ ਅਸੀਂ ਕਹਿ ਸਕਦੇ ਚੈਲੰਜਸ ਨੇ। ਲਾਈਫ ਬਦਲ ਗਈ ਹੈ, ਟੈਕਨੋਲੋਜੀ ਨਵੀਂ ਆ ਗਈ ਹੈ, ਸਾਡਾ ਲਾਈਫ ਸਟਾਈਲ ਚੇਂਜ ਹੋ ਗਿਆ, ਇਕੋਨਮੀ ਬਦਲ ਗਈ ਹੈ। ਸੋ ਉਹਦੇ ਮੁਤਾਬਕ ਜਿਸ ਤਰ੍ਹਾਂ ਦਾ ਇਸ ਵੇਲੇ ਸਾਡਾ ਰਹਿਣ ਸਹਿਣ ਹੈ, ਉਹਦੇ 'ਚ ਜੇ ਕੋਈ ਹਿੱਸਾ ਸਭ ਤੋਂ ਵੱਧ ਸਫ਼ਰ ਕਰ ਰਿਹਾ ਜਾਂ ਜਿਸ ਬਾਰੇ ਸਾਨੂੰ ਫਿਕਰਮੰਦ ਹੋਣਾ ਚਾਹੀਦਾ, ਉਹ ਸਾਡੀ ਅਗਲੀ ਜਨਰੇਸ਼ਨ ਹੈ। ਬੱਚਿਆਂ ਨੂੰ ਜਿਸ ਤਰੀਕੇ ਨਾਲ ਅਸੀਂ ਪਾਲ ਪੋਸ਼ ਰਹੇ ਹਾਂ, ਕਿ ਜਿਸ ਤਰ੍ਹਾਂ ਉਹਨਾਂ ਦੀ ਸਿਹਤ 'ਤੇ, ਮੈਂਟਲ ਹੈਲਥ 'ਤੇ, ਫਿਜ਼ੀਕਲ ਸਿਹਤ 'ਤੇ ਅਸਰ ਪੈ ਰਿਹਾ, ਉਹ ਕੰਸਰਨ ਹੈ ਜਿਹਦੇ ਉੱਤੇ ਅਸੀਂ 2 ਜਾਂ 3 ਡਿਸਕਸ਼ਨ ਕਰ ਚੁੱਕੇ ਹਾਂ। ਅਸੀਂ 2 ਜਾਂ 3 ਹੋ ਸਕਦੀਆਂ ਨੇ ਹੋਰ ਇਹਦੇ ਬਾਰੇ ਜਿਹੜੇ ਐਪੀਸੋਡ ਹੋਣਗੇ। ਅਤੇ ਇਸ ਗੱਲਬਾਤ ਦੇ ਵਿੱਚ ਡਾਕਟਰ ਬਰਜਿੰਦਰ ਚੀਮਾ ਸਾਡੇ ਨਾਲ ਸ਼ਾਮਲ ਹੁੰਦੇ ਨੇ, ਜਿਹੜੇ ਕਿ ਬੱਚਿਆਂ ਦੇ ਡਾਕਟਰ ਨੇ, ਅਤੇ ਇਹਨਾਂ ਨੇ ਆਪਣੇ ਅਨੁਭਵ 'ਚੋਂ, ਐਕਸਪੀਰੀਅੰਸ 'ਚੋਂ ਬੜੀਆਂ ਇੰਪੋਰਟੈਂਟ ਗੱਲਾਂ ਪਿਛਲੇ ਐਪੀਸੋਡ 'ਚ ਕੀਤੀਆਂ ਨੇ। ਅਤੇ ਅੱਜ ਅਸੀਂ ਇਹਨਾਂ ਨਾਲ ਪਹਿਲੀ ਗੱਲਬਾਤ ਸਾਡੀ 5 ਸਾਲ ਤੱਕ ਦੇ ਬੱਚਿਆਂ ਬਾਰੇ ਸੀ, ਅਤੇ ਅੱਜ ਅਸੀਂ ਗੱਲਬਾਤ ਕਰਨੀ ਹੈ ਜਿਹੜੇ ਉਸ ਤੋਂ ਅਗਲਾ 7 ਤੋਂ 12 ਵਾਲਾ ਏਜ ਗਰੁੱਪ ਹੈ, ਉਹਨਾਂ ਬੱਚਿਆਂ ਦੇ ਹੈਲਥ ਨੂੰ ਲੈ ਕੇ, ਉਹਨਾਂ ਦੀ ਗਰੋਥ ਨੂੰ ਲੈ ਕੇ, ਓਵਰਆਲ ਉਹਨਾਂ ਦੀ ਡਿਵੈਲਪਮੈਂਟ ਨੂੰ ਲੈ ਕੇ ਕਿਹੜੇ ਇਸ਼ੂਜ਼ ਨੇ, ਇਹ ਸਾਡਾ ਫੋਕਸ ਰਹੇਗਾ। ਬਹੁਤ ਬਹੁਤ ਸ਼ੁਕਰੀਆ ਡਾਕਟਰ ਚੀਮਾ। ਹਾਂਜੀ, ਸਤਿ ਸ਼੍ਰੀ ਅਕਾਲ ਸ਼ਮੀਲ ਜੀ, ਅਤੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ, ਆਦਾਬ। ਆਪਾਂ 5 ਤੋਂ ਛੋਟੇ ਵਾਲਿਆਂ ਦੀ ਗੱਲ ਪਹਿਲਾਂ ਕਰ ਚੁੱਕੇ ਹਾਂ। ਹੁਣ ਜਿਹੜਾ ਇਹ ਅਗਲਾ ਏਜ ਗਰੁੱਪ ਹੈ, ਬੱਚੇ ਜਦੋਂ ਥੋੜ੍ਹੇ ਜਿਹੇ ਵੱਡੇ ਹੋ ਗਏ, ਉਹ ਇਸੇ ਤਰ੍ਹਾਂ ਦੇ ਇਨਵਾਇਰਮੈਂਟ 'ਚ ਵੱਡੇ ਹੋਏ ਹੋ ਸਕਦੇ ਨੇ, ਇਹ ਵੀ ਹੋ ਸਕਦਾ ਇਹ ਪ੍ਰੋਬਲਮਸ ਪੱਕ ਗਈਆਂ ਹੋਣ ਉਹਨਾਂ 'ਚ। ਬਿਲਕੁਲ, ਹਾਂਜੀ। ਅਤੇ ਤੁਸੀਂ ਆਪਣੇ ਐਕਸਪੀਰੀਅੰਸ 'ਚ ਕੀ ਦੇਖਿਆ ਕਿ ਇਸ ਏਜ ਗਰੁੱਪ 'ਚ ਕਿਸ ਤਰ੍ਹਾਂ ਦੇ ਇਸ਼ੂਜ਼ ਇਸ ਵੇਲੇ ਆ ਰਹੇ ਨੇ? ਹਾਂਜੀ, ਇਸ ਸ਼ਮੀਲ ਜੀ ਜਿਹੜਾ ਏਜ ਗਰੁੱਪ ਹੈਗਾ ਨਾ, ਇਹਦੇ ਵਿੱਚ ਸਭ ਤੋਂ ਜ਼ਿਆਦਾ ਬਿਹੇਵੀਅਰਲ ਇਸ਼ੂਜ਼ ਆਉਂਦੇ ਆ ਕਿ ਪੇਰੈਂਟਸ ਨੂੰ ਜਿਵੇਂ ਸਕੂਲਾਂ ਤੋਂ ਇਸ਼ੂਜ਼ ਸ਼ੁਰੂ ਹੋ ਜਾਂਦੇ ਆ। ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਇਨਅਟੈਂਸ਼ਨ ਹੈ, ਐਕਟਿਵ ਬਹੁਤ ਆ, ਗੱਲ ਨਹੀਂ ਸੁਣਦਾ, ਆਖੇ ਨਹੀਂ ਲੱਗਦਾ, ਸਕਰੀਨ 'ਤੇ ਚਿਪਕਿਆ ਰਹਿੰਦਾ। ਮਤਲਬ ਪੇਰੈਂਟਸ ਨੂੰ ਮੇਨ ਗੱਲ ਹੁੰਦੀ ਕਿ ਸਾਡੀ ਗੱਲ ਨਹੀਂ ਸੁਣਦਾ ਬੱਚਾ, ਸਾਡੇ ਹਿਸਾਬ ਨਾਲ ਨਹੀਂ ਚੱਲਦਾ। ਸੋ ਇੱਥੇ ਜਿਵੇਂ ਮੈਂ ਸ਼ੁਰੂ ਤੋਂ ਹੀ ਕੋਸ਼ਿਸ਼ ਮੇਰੀ ਇਹੀ ਹੈ ਕਿ ਮੈਂ ਲੋਕਾਂ ਨੂੰ ਕੌਨਸੈਪਟ ਸਮਝਾਵਾਂ, ਕਿਉਂਕਿ ਫਿਕਸ ਉਹਨਾਂ ਨੇ ਕਰਨਾ, ਮੈਂ ਨਹੀਂ ਕਰਨਾ, ਮੈਂ ਸਮਝਾਉਣਾ ਆ ਕਿ ਆਹ ਗੜਬੜ ਹੁੰਦੀ ਹੈ। ਹੁਣ ਜਿਹੜਾ ਇਹ ਵਾਲਾ ਏਜ ਗਰੁੱਪ ਹੈ ਨਾ, 5 ਤੋਂ 12 ਵਾਲਾ, ਇਹ ਬਿਲਕੁਲ ਡਿਫਰੈਂਟ ਆ 0 ਤੋਂ 5 ਵਾਲੇ ਦੇ ਨਾਲ। ਓਕੇ। ਬਟ ਅਸੀਂ ਨੋਰਮਲੀ ਕੀ ਕਰਦੇ ਹਾਂ, ਅਸੀਂ ਉਹੀ ਬਿਹੇਵੀਅਰ ਛੋਟੇ ਹੁੰਦਿਆਂ ਕਰਦੇ ਹਾਂ, ਉਹੀ 10 ਸਾਲ ਦੇ ਬੱਚੇ ਨਾਲ ਕਰਦੇ ਹਾਂ, ਉਹੀ 18 ਸਾਲ ਦੇ ਬੱਚੇ ਨਾਲ ਕਰਦੇ ਹਾਂ, ਔਰ ਕਈ ਵਾਰੀ ਉਹੀ 25 ਸਾਲ ਦੇ ਬੱਚੇ ਨਾਲ ਵੀ ਕਰ ਦਿੰਦੇ ਹਾਂ। ਆਪਾਂ ਤਾਂ ਇਹ ਸਮਝਦੇ ਹਾਂ ਕਿ ਮਾਂ ਬਾਪ ਲਈ ਬੱਚਾ ਹੀ ਹੁੰਦਾ, ਭਾਵੇਂ 20 ਦਾ ਹੋ ਜਾਏ। ਹਾਂਜੀ ਹਾਂਜੀ। ਪਰ ਜੇ ਅਸੀਂ ਥੋੜ੍ਹਾ ਜਿਹਾ ਪਿੱਛੇ ਜਾ ਕੇ ਦੇਖੀਏ ਸਾਡੇ ਬਜ਼ੁਰਗਾਂ ਵੱਲ, ਤਾਂ ਉਹਨਾਂ ਨੇ ਨਾ ਬੜਾ ਸੋਹਣਾ ਕਲਾਸੀਫਾਈ ਕੀਤਾ ਹੋਇਆ। ਉਹ ਕਹਿੰਦੇ ਵੀ ਛੋਟਾ ਬੱਚਾ ਰੱਬ ਦਾ ਰੂਪ ਹੁੰਦਾ। ਉਹ ਸੱਚੀ ਮੁੱਚੀ ਰੱਬ ਦਾ ਰੂਪ ਹੀ ਹੁੰਦਾ, ਕਿਉਂਕਿ ਉਹਦੇ ਕੋਲ ਡਿਸਰਨਿੰਗ ਮਾਈਂਡ ਨਹੀਂ ਹੁੰਦਾ, ਉਹਦੇ ਲਈ ਚੰਗਾ ਮਾੜਾ ਸੋਹਣਾ ਗੰਦਾ ਨਹੀਂ ਹੁੰਦਾ। ਉਹ ਹਰ ਚੀਜ਼ ਨੂੰ, ਜਿਵੇਂ ਆਪਾਂ ਗੱਲ ਕੀਤੀ ਸੀ, ਬਹੁਤ ਧਿਆਨ ਨਾਲ ਦੇਖਦਾ, ਔਰ ਉਹਦੇ ਲਈ ਹਰ ਚੀਜ਼ ਪਲੇ ਆ। ਔਰ ਉਹ ਤੁਹਾਡੇ ਬੋਲ ਤੋਂ ਨਹੀਂ ਸਿੱਖਦਾ, ਉਹ ਤੁਹਾਡੇ ਐਕਸ਼ਨ ਤੋਂ ਸਿੱਖਦਾ। ਜੋ ਕਰੀ ਜਾਓਗੇ ਉਹ ਹੋ ਹੀ ਜਾਏਗਾ। ਸੋ ਬੁੱਕ ਦੀ ਗੱਲ ਇਹ ਆ ਵੀ ਜਿਹੜੇ ਪਹਿਲੇ 5-7 ਸਾਲ ਆ, ਉਹ ਬੱਚੇ ਨੂੰ ਰੱਬ ਹੀ ਮੰਨੋ, ਉਹਨੂੰ ਰੱਜ ਕੇ ਪਿਆਰ ਕਰੋ, ਉਹਨੂੰ ਰਿਸਪੈਕਟ ਦਿਓ। ਉਹ ਬਾਅਦ 'ਚ ਰਿਸਪੈਕਟ ਤੁਹਾਨੂੰ ਦੇਵੇਗਾ, ਕਿਉਂਕਿ ਉਹਦੇ ਢਾਂਚੇ ਦੇ ਵਿੱਚ ਉਹ ਚੀਜ਼ ਵੜ ਗਈ ਹੈ, ਉਹਨੂੰ ਆ ਗਿਆ ਸਾਰਾ ਕੁਛ, ਮੈਂ ਕਿਵੇਂ ਸਤਿ ਸ਼੍ਰੀ ਅਕਾਲ ਬੁਲਾਉਣੀ, ਕੀ ਕਰਨਾ। ਹੁਣ ਡਿਸਪਲੇ ਬਾਅਦ 'ਚ ਹੋਣਾ। ਹੁਣ ਇੱਥੇ 2-3 ਚੀਜ਼ਾਂ ਮੈਂ ਪੇਰੈਂਟਸ ਨੂੰ ਕੌਨਸੈਪਟ ਸਮਝਾਉਣਾ ਚਾਹੁੰਦਾ ਕਿ ਉਹ ਇਹ ਗੱਲ ਨੂੰ ਸਮਝ ਲੈਣ ਕਿ ਜਿਹੜੇ 7 ਤੋਂ 12 ਵਾਲੇ ਬੱਚੇ ਆ, ਜਿਨ੍ਹਾਂ 'ਚ ਕੋਈ ਇਸ਼ੂ ਆ, ਅਤੇ ਉਹਨੂੰ ਡੀਲ ਕਿਵੇਂ ਕਰਨਾ। ਸੋ ਉਹਦੇ ਲਈ ਪਹਿਲੀ ਇਗਜ਼ਾਮਪਲ ਤਾਂ ਮੇਰੀ ਇਹ ਆ, ਜਿਵੇਂ ਮੈਂ ਅੱਗੇ ਵੀ ਸਮਝਾਇਆ ਹੈ, ਕਿ ਬੱਚਾ 5 ਤੋਂ 7 ਸਾਲ ਦੀ ਉਮਰ ਤੱਕ ਲੈਂਗੁਏਜ ਪੂਰੀ ਸਿੱਖ ਲੈਂਦਾ।
ਪਰ ਅਸੀਂ ਉਹਨੂੰ ਲੈਂਗੁਏਜ ਸਿਖਾਉਂਦੇ ਹੀ ਨਹੀਂ ਆ। ਅਸੀਂ ਉਹਨੂੰ ਕੋਈ ਨਾਊਨ, ਵਰਬ, ਸੈਂਟੈਂਸ ਕਿਵੇਂ ਬਣਾਉਣਾ ਅਸੀਂ ਨਹੀਂ ਸਿਖਾਉਂਦੇ। ਉਹ ਸਾਡੇ ਤੋਂ ਬੋਲ ਕੇ ਸਿੱਖ ਲੈਂਦਾ। ਇਸੇ ਤਰ੍ਹਾਂ ਹੀ ਸਾਡੀਆਂ ਬਾਕੀ ਫੈਕਲਟੀਜ਼ ਸਿੱਖਦਾ ਹੈ। ਪਰ 7 ਤੋਂ 12 ਦੇ ਵਿੱਚ ਅਸੀਂ ਉਸੇ ਲੈਂਗੁਏਜ ਨੂੰ ਰਿਫਾਈਨ ਕਰਦੇ ਹਾਂ। ਅਸੀਂ ਉਹਨੂੰ ਹੁਣ ਦੱਸਦੇ ਹਾਂ ਵੀ ਯਾਰ ਆਹ ਸਬਜੈਕਟ ਹੈ, ਆਹ ਨਾਊਨ ਆ, ਆਹ ਪ੍ਰੋਵਰਬ ਹੈ, ਇਹਨੂੰ ਇੱਦਾਂ ਵਰਤਣਾ, ਇਹਨੂੰ ਇੱਦਾਂ ਵਰਤਣਾ। ਅਤੇ 12-13 ਸਾਲ ਤੱਕ ਦੇ ਬੱਚੇ ਬਹੁਤ ਵਧੀਆ ਐਸੇ, ਪੈਰਾਗ੍ਰਾਫ ਲਿਖਣਾ ਸ਼ੁਰੂ ਕਰ ਦਿੰਦੇ ਆ। ਐਕਸਪ੍ਰੈਸ਼ਨ ਬਹੁਤ ਵਧੀਆ ਹੋ ਜਾਂਦਾ ਉਹਨਾਂ ਦਾ ਲੈਂਗੁਏਜ ਦੇ ਵਿੱਚ। ਸੋ ਜਿਵੇਂ ਉਹਨੇ ਸਿੱਖ ਪਹਿਲਾਂ ਲਈ ਆ, ਅਸੀਂ ਰਿਫਾਈਨ ਹੁਣ ਕਰ ਰਹੇ ਹਾਂ। ਪਰ ਅਗਰ ਇਹੀ ਕੰਮ 10 ਸਾਲ ਦੇ ਬੱਚੇ ਨਾਲ ਤੁਸੀਂ ਅੱਜ ਕਰਨਾ ਹੋਵੇ ਨਵੀਂ ਲੈਂਗੁਏਜ ਲਈ, ਅਤੇ ਉਹ ਉੱਦਾਂ ਨਹੀਂ ਸਿੱਖੇਗਾ ਜਿਵੇਂ ਛੋਟੇ ਬੱਚੇ ਨੇ ਸਿੱਖੇ। ਹੁਣ ਸਾਨੂੰ ਉਲਟਾ ਗੇਅਰ ਲਾਉਣਾ ਪੈਣਾ। ਉਹਨੂੰ ਸਾਨੂੰ ਪਹਿਲਾਂ ਸਟਰਕਚਰ ਸਿਖਾਉਣਾ ਪੈਣਾ ਕਿ ਮੈਨੂੰ ਆਈ ਕਹਿੰਦੇ ਆ, ਦੂਜੇ ਨੂੰ ਹੀ ਕਹਿੰਦੇ ਆ, ਆਹ ਸਟਰਕਚਰ ਆ, ਫਿਰ ਉਹ ਲੈਂਗੁਏਜ ਸਿੱਖੇਗਾ। ਸੋ ਸੁਣਨ ਵਾਲੀ ਗੱਲ ਨੂੰ ਧਿਆਨ ਨਾਲ ਸਮਝ ਲੈਣ ਕਿ ਜਿਹੜੀ ਚੀਜ਼ ਸੁੱਤੇ ਸਿੱਧ ਬੱਚਾ ਪਹਿਲੇ 5 ਸਾਲ 'ਚ ਸਿੱਖ ਲੈਂਦਾ ਹੈ, ਉਹ 7 ਤੋਂ 12 'ਚ ਨਹੀਂ ਸਿੱਖਦਾ। ਉਹਨੂੰ ਸਿਖਾਉਣ ਦਾ ਤਰੀਕਾ ਉਸ ਤੋਂ ਬਿਲਕੁਲ ਉਲਟਾ ਹੋ ਜਾਂਦਾ। ਦੂਸਰਾ ਕੌਨਸੈਪਟ ਇਹ ਹੈ ਕਿ ਜਿਵੇਂ ਆਪਾਂ ਗੱਲ ਕੀਤੀ ਸੀ ਕਿ ਪਹਿਲੇ 5 ਤੋਂ 7 ਸਾਲ ਇੰਟਲੈਕਟ ਦੇ ਆ। ਉਹ ਬੱਚਾ ਇੰਟਲੈਕਟ ਡੈਵਲਪ ਹੁੰਦਾ, ਉਹਦਾ ਸਾਂਚਾ ਤਿਆਰ ਹੁੰਦਾ ਤਾਂ ਕਿ ਉਹਨੇ ਬਾਅਦ 'ਚ ਇੰਟਲੈਕਚੁਅਲ ਬਣਨਾ। ਇਮੈਜੀਨੇਸ਼ਨ ਤਿਆਰ ਹੁੰਦੀ ਆ, ਉਹ ਦਿਮਾਗ 'ਚ ਇਮੈਜਿਨ ਕਰਦਾ ਆ। ਇਸੇ ਤਰ੍ਹਾਂ ਜਿਹੜਾ 7 ਤੋਂ 12 ਸਾਲ ਦਾ ਟਾਈਮ ਹੈ, ਇੱਥੇ ਵਿਜ਼ਡਮ ਦਾ ਬੀ ਫੁੱਟਦਾ। ਹੁਣ ਜੇ ਤੁਸੀਂ ਆਸੇ ਪਾਸੇ ਦੇਖੋ, ਬਹੁਤੇ ਲੋਕਾਂ ਕੋਲ ਵਿਜ਼ਡਮ ਨਹੀਂ ਹੁੰਦੀ। ਇਸੇ ਕਰਕੇ ਅਸੀਂ ਭੇਡਾਂ ਵਾਂਗੂ ਕਿਸੇ ਦੇ ਪਿੱਛੇ ਲੱਗ ਜਾਂਦੇ ਹਾਂ। ਸਾਨੂੰ ਪੋਲੀਟੀਸ਼ੀਅਨ ਵੀ ਘੁਮਾਈ ਫਿਰਦੇ ਆ, ਸਰਕਾਰਾਂ ਵੀ ਘੁਮਾਈ ਫਿਰਦੀਆਂ। ਇੱਕ ਆਸਪੈਕਟ ਵਿਖਾਉਂਦੀਆਂ, ਅਸੀਂ ਖੁਸ਼ ਹੋ ਜਾਂਦੇ ਹਾਂ। ਸਾਨੂੰ ਬਾਕੀ ਦੇ ਆਸਪੈਕਟ ਦਿਸਦੇ ਹੀ ਨਹੀਂ। ਬਾਕੀ ਦੇ ਆਸਪੈਕਟ ਨੂੰ ਦਿਸਣਾ ਹੀ ਕਹਿੰਦੇ ਆ ਵਿਜ਼ਡਮ, ਵੀ ਇਹ ਬੰਦਾ ਬੜਾ ਸਿਆਣਾ। ਇਹ ਇੱਕੋ ਗੱਲ ਨੂੰ ਹੋਰਨਾਂ ਐਂਗਲਸ ਤੋਂ ਵੀ ਵੇਖ ਲੈਂਦਾ ਕਿ ਨਹੀਂ ਯਾਰ, ਤੁਹਾਨੂੰ ਹੁਣ ਲਿਕੁਰੇਟਿਵ ਲੱਗ ਰਹੀ ਹੈ ਚੀਜ਼, ਪਰ ਇਹਨੇ ਬਾਅਦ 'ਚ ਆਪਣਾ ਨੁਕਸਾਨ ਕਰਨਾ। ਇਹ ਹੈ ਵਿਜ਼ਡਮ। ਸੋ ਵਿਜ਼ਡਮ ਦਾ ਬੀ ਜਿਹੜਾ ਫੁੱਟਣਾ ਹੈ ਬੱਚੇ ਦੇ ਵਿੱਚ, ਉਹ ਇਸ ਉਮਰ 'ਚ ਫੁੱਟਣਾ ਹੈ, 7 ਤੋਂ 12 ਸਾਲ ਦੀ ਉਮਰ ਦੇ ਵਿੱਚ। ਸੋ ਇਸ ਗੱਲ ਨੂੰ ਪੇਰੈਂਟਸ ਧਿਆਨ ਨਾਲ ਸਮਝ ਲੈਣ। ਜੇ ਅਸੀਂ ਇਸ ਉਮਰ 'ਚ ਵਿਜ਼ਡਮ ਨਾ ਸਿਖਾ ਸਕੇ ਤਾਂ ਸਾਡੇ ਲਈ ਟੀਨਏਜਰ ਨੂੰ ਸਾਂਭਣਾ ਬੜਾ ਮੁਸ਼ਕਿਲ ਹੋ ਜਾਣਾ, ਕਿਉਂਕਿ ਉਸ ਤੋਂ ਬਾਅਦ ਨਹੀਂ ਗੱਲ ਬਣਨੀ। ਤੀਸਰਾ ਕੌਨਸੈਪਟ ਜਿਹੜਾ ਤੁਸੀਂ ਸਮਝਣ ਦੀ ਲੋੜ ਹੈ, ਉਸ ਤੋਂ ਬਾਅਦ ਫਿਰ ਆਪਾਂ ਡਿਟੇਲ 'ਚ ਗੱਲ ਕਰਾਂਗੇ। ਪਹਿਲੇ 5 ਤੋਂ 7 ਸਾਲ ਬੱਚੇ ਕੋਲ ਕੌਨਸ਼ੀਅਸ ਮਾਈਂਡ ਨਹੀਂ ਹੁੰਦਾ, ਸਭ ਕੁਝ ਸਬਕੌਨਸ਼ੀਅਸ ਹੁੰਦਾ। ਬਸ ਜੋ ਦੇਖੀ ਜਾਂਦਾ, ਜਿੱਦਾਂ ਦੇਖੀ ਜਾਂਦਾ, ਬਸ ਅੰਦਰ ਤੁਰਿਆ ਜਾਂਦਾ, ਉਹਦਾ ਸਾਂਚਾ ਤਿਆਰ ਹੋ ਜਾਂਦਾ। 7 ਤੋਂ 12 ਸਾਲ ਦੇ ਵਿੱਚ ਕੌਨਸ਼ੀਅਸ ਮਾਈਂਡ ਡਿਵੈਲਪ ਹੋਣਾ ਸ਼ੁਰੂ ਹੋ ਜਾਂਦਾ, ਜਿੱਥੇ ਉਹ ਦੇਖਣਾ ਸ਼ੁਰੂ ਕਰ ਦਿੰਦਾ ਚੀਜ਼ਾਂ ਨੂੰ ਇੱਕ ਡਿਫਰੈਂਟ ਨਜ਼ਰੀਏ ਨਾਲ, ਅਤੇ ਅਸੀਂ ਉਹਨੂੰ ਹੈਲਪ ਕਰਨੀ। ਸੋ ਇੱਥੇ ਹੁਣ ਆਪਾਂ ਇਹਦੀ ਡਿਟੇਲ ਜਿਹੜੀ ਆ ਉਹ ਮੈਂ ਲੋਕਾਂ ਨੂੰ ਹੁਣ ਸਮਝਾਊਂਗਾ ਵੀ ਉਹ ਡਿਟੇਲ ਦਾ ਕੀ ਮਤਲਬ ਹੈ। ਸੋ ਜਦੋਂ ਹੁਣ ਕੌਨਸ਼ੀਅਸ ਮਾਈਂਡ ਡਿਵੈਲਪ ਹੋ ਰਿਹਾ, ਅਸੀਂ ਉਹਦੇ 'ਚ ਹੈਲਪ ਕਰਨੀ ਹੈ। ਉਹਦੇ 'ਚ ਹੈਲਪ ਕਰਨੀ ਕਿਵੇਂ ਅਸੀਂ ਕਰਨੀ ਹੈ, ਇਸ ਚੀਜ਼ ਬਾਰੇ ਹੁਣ ਅਸੀਂ ਗੱਲਬਾਤ ਅੱਗੇ ਚੱਲ ਕੇ ਕਰਦੇ ਹਾਂ। ਗੱਲਬਾਤ ਅਸੀਂ ਕਰ ਰਹੇ ਹਾਂ ਡਾਕਟਰ ਬਰਜਿੰਦਰ ਚੀਮਾ ਨਾਲ, ਜਿਹੜੇ ਕਿ ਬੱਚਿਆਂ ਦੇ ਡਾਕਟਰ ਨੇ, ਅਤੇ ਅਸੀਂ ਇਹ ਲੜੀ ਸ਼ੁਰੂ ਕੀਤੀ ਹੈ। ਜਿਹੜੇ ਪਹਿਲੇ ਬੱਚਿਆਂ ਦੀ ਗਰੋਥ ਦੇ ਸਾਲ ਨੇ, ਉਹਦੇ 'ਚ ਪੈਰੈਂਟਸ ਕੀ ਗਲਤੀਆਂ ਕਰ ਰਹੇ ਨੇ, ਜਾਂ ਸਾਡੀ ਅੱਜ ਦੀ ਲਾਈਫ 'ਚ ਸਾਤੋਂ ਕੀ ਗਲਤੀਆਂ ਹੋ ਰਹੀਆਂ ਨੇ, ਉਹਨਾਂ ਨੂੰ ਅਸੀਂ ਕਿਵੇਂ ਫਿਕਸ ਕਰਨਾ, ਅਤੇ ਬੱਚਿਆਂ ਨਾਲ ਕਮਿਊਨੀਕੇਟ ਕਰਨ ਦਾ ਬੈਸਟ ਤਰੀਕਾ, ਵਧੀਆ ਤਰੀਕਾ ਜਾਂ ਵੱਧ ਇਫੈਕਟਿਵ ਤਰੀਕਾ ਕੀ ਹੋ ਸਕਦਾ, ਇਹਨਾਂ ਸਾਰੇ ਸਵਾਲਾਂ 'ਤੇ ਅਸੀਂ ਗੱਲਬਾਤ ਕਰ ਰਹੇ ਹਾਂ। ਗੁੱਡ ਮਾਰਨਿੰਗ ਟੋਰਾਂਟੋ, ਤੁਸੀਂ ਸੁਣ ਰਹੇ ਹੋ, ਅਤੇ ਗੱਲਬਾਤ ਸਾਡੀ ਚੱਲ ਰਹੀ ਹੈ ਬੱਚਿਆਂ ਦੀ ਪਰਵਰਿਸ਼ ਨੂੰ ਲੈ ਕੇ। ਜਿਹੜੇ ਕੁਝ ਵੱਡੇ ਸਵਾਲ ਨੇ, ਡਾਕਟਰ ਬਰਜਿੰਦਰ ਚੀਮਾ ਸਾਡੇ ਨਾਲ ਸਟੂਡੀਓ 'ਚ ਨੇ। ਅਸੀਂ ਅੱਜ ਜੋ ਗੱਲਬਾਤ ਕਰ ਰਹੇ ਹਾਂ, ਉਹਦੇ 'ਚ ਸਾਡਾ ਫੋਕਸ ਹੈ ਜਿਹੜੇ 7 ਤੋਂ 12 ਸਾਲ ਦੇ ਏਜ ਵਾਲੇ ਬੱਚੇ ਨੇ। ਸੋ ਡਾਕਟਰ ਚੀਮਾ, ਤੁਸੀਂ ਗੱਲ ਕਰ ਰਹੇ ਸੀ ਕਿ ਜਿਹੜੀ ਇਹ ਉਹ ਸਮਾਂ ਹੁੰਦਾ ਜਦੋਂ ਬੱਚਿਆਂ 'ਚ ਵਿਜ਼ਡਮ, ਸੂਝ ਸਿਆਣਪ ਡਿਵੈਲਪ ਹੁੰਦੀ ਹੈ। ਹਾਂਜੀ। ਅਤੇ ਇਸ ਕਰਕੇ ਜਿਹੜਾ ਜਦੋਂ ਉਹਨਾਂ ਦੀ ਪਰਵਰਿਸ਼ ਦੇ ਨੁਕਤੇ ਤੋਂ ਪੈਰੈਂਟਸ ਨੂੰ ਇਹ ਚੀਜ਼ ਸਮਝ ਹੋਣੀ ਚਾਹੀਦੀ ਹੈ ਕਿ ਵਿਜ਼ਡਮ ਦੀ ਡਿਵੈਲਪਮੈਂਟ 'ਚ ਹੈਲਪ ਕਿਵੇਂ ਕਰਨੀ ਹੈ ਬੱਚਿਆਂ ਦੀ। ਹਾਂਜੀ ਹਾਂਜੀ ਹਾਂਜੀ। ਸੋ ਕੀ ਪੈਰੈਂਟਸ ਨੂੰ ਕੀ ਕਰਨਾ ਚਾਹੀਦਾ, ਕੀ ਕਰ ਸਕਦੇ ਨੇ, ਜਾਂ ਗਲਤੀਆਂ ਕਿਹੜੀਆਂ ਕਰਦੇ ਨੇ? ਹਾਂਜੀ, ਉਹਦੇ 'ਚ ਇਸ ਤਰ੍ਹਾਂ ਆ, ਨੋਰਮਲੀ ਰੂਟੀਨ 'ਚ ਕੀ ਹੁੰਦਾ ਕਿ ਅਸੀਂ ਛੋਟੇ ਬੱਚੇ ਨੂੰ ਕਹਿਣਾ ਸ਼ੁਰੂ ਕਰ ਦਿੰਦੇ, ਇੰਸਟਰਕਸ਼ਨ ਦੇਣਾ ਸ਼ੁਰੂ ਕਰ ਦਿੰਦੇ, ਆਹ ਕਰਨਾ, ਆਹ ਨਹੀਂ ਕਰਨਾ। 7 ਤੋਂ 12 ਸਾਲ ਦੇ ਵਿੱਚ ਸਾਡੀਆਂ ਇੰਸਟਰਕਸ਼ਨ ਥੋੜ੍ਹੀਆਂ ਹੋਰ ਹਾਰਡ ਹੋ ਜਾਂਦੀਆਂ, ਅਸੀਂ ਗੁੱਸੇ ਹੋਣ ਲੱਗ ਜਾਂਦੇ ਹਾਂ, ਝਿੜਕਾਂ ਮਾਰਨ ਲੱਗ ਜਾਂਦੇ ਹਾਂ, ਠੀਕ ਹੈ ਨਾ, ਮਾਰਨ ਕੁੱਟਣ ਵੀ ਲੱਗ ਜਾਂਦੇ ਨੇ, ਮਾਰਨ ਕੁੱਟਣ ਵੀ ਲੱਗ ਪੈਂਦੇ ਆ। ਅਤੇ ਜਦੋਂ 13 ਸਾਲ ਤੋਂ ਟੱਪਦਾ ਹੈ ਬੰਦਾ, ਫਿਰ ਤਾਂ ਅਸੀਂ ਹੋਰ ਹਾਰਸ਼ ਹੋ ਜਾਂਦੇ ਹਾਂ। ਫਿਰ ਤਾਂ ਅਸੀਂ ਵਰਬਲ ਅਬਿਊਜ਼ ਕਰਨਾ ਸ਼ੁਰੂ ਕਰ ਦਿੰਦੇ, ਜਿਵੇਂ ਵੀ ਇਹਨੇ ਤਾਂ ਗੱਲ ਹੀ ਨਹੀਂ ਸੁਣਨੀ, ਇਹਨੇ ਤਾਂ ਸਹੁੰ ਖਾਧੀ ਆ, ਵੀ ਇਹਨੇ ਤਾਂ ਸਾਡੀ ਗੱਲ ਹੀ ਨਹੀਂ ਸੁਣਨੀ। ਸੋ ਇੱਦਾਂ ਅਸੀਂ ਬੋਲਦੇ ਹਾਂ, ਜਿਹੜਾ ਉਹਨਾਂ ਨੂੰ ਬਹੁਤ ਜ਼ਿਆਦਾ ਹਰਟ ਕਰਦਾ ਹੈ,
ਅਤੇ ਉਹਦਾ ਤੁਹਾਡੇ ਤੋਂ ਗੈਪ ਵੱਧ ਜਾਂਦਾ। ਹੁਣ ਜੇ ਸਿਆਣਿਆਂ ਦੀ ਗੱਲ ਪਿੱਛੇ ਜਾ ਕੇ ਸੁਣੋ ਤਾਂ ਜਿਵੇਂ ਕਹਿੰਦੇ ਕਿ ਛੋਟਾ ਬੱਚਾ ਰੱਬ ਦਾ ਰੂਪ ਹੁੰਦਾ ਹੈ, 7 ਸਾਲ ਤੋਂ ਬਾਅਦ ਕਹਿੰਦੇ ਤੁਸੀਂ ਗੁਰੂ ਬਣਨਾ ਹੈ ਹੁਣ ਬੱਚੇ ਦਾ, ਅਤੇ ਜਦੋਂ ਤੁਹਾਡੀ ਜੁੱਤੀ ਅਤੇ ਤੁਹਾਡੇ ਮੁੰਡੇ ਦੀ ਜੁੱਤੀ ਕਹਿੰਦੇ ਬਰਾਬਰ ਹੋ ਜਾਏ, ਅਤੇ ਹੁਣ ਤੁਸੀਂ ਉਹਦਾ ਦੋਸਤ ਬਣਨਾ। ਸੋ ਇੱਦਾਂ ਇਹ ਸਾਡੇ ਕੋਲ ਹੈਗੀਆਂ ਨੇ ਸਾਡੇ ਕਲਚਰ ਦੇ ਵਿੱਚ ਵੀ ਕਿ ਕਿਵੇਂ ਡੀਲ ਕਰਨਾ, ਪਰ ਅਸੀਂ ਭੁੱਲ ਗਏ ਹਾਂ। ਹੁਣ ਜਿੱਥੋਂ ਤੱਕ ਮੇਰਾ ਜਿਹੜਾ ਫੋਕਸ ਹੈਗਾ ਉਹ ਅੱਜ ਉਹ ਹੈਗਾ ਵਿਜ਼ਡਮ 'ਤੇ। ਦੇਖੋ ਬਹੁਤ ਸਾਰੇ ਭੈਣ ਭਰਾ ਜਿਹੜੇ ਰੇਡੀਓ ਸੁਣਦੇ ਆ, ਉਹ ਜਦੋਂ ਕਿਸੇ ਰੇਡੀਓ ਹੋਸਟ ਨੂੰ ਰੋਜ਼ ਸੁਣਦੇ ਆ ਨਾ, ਉਹਦੀ ਆਵਾਜ਼ ਸੁਣਦੇ ਆ, ਜੇ ਉਹਨਾਂ ਨੇ ਉਹਦਾ ਸ਼ਕਲ ਨਹੀਂ ਦੇਖੀ ਹੁੰਦੀ, ਪਰ ਉਹਨਾਂ ਦੇ ਦਿਮਾਗ 'ਚ ਇੱਕ ਪਿਕਚਰ ਬਣ ਜਾਂਦੀ। ਉਹਨਾਂ ਨੂੰ ਲੱਗਦਾ ਹੁੰਦਾ ਕਿ ਇੱਦਾਂ ਦਾ ਹੋਊਗਾ। ਇਹ ਬਹੁਤ ਵਾਰੀ ਹੁੰਦਾ। ਅਤੇ ਜਦੋਂ ਉਹਨੂੰ ਫਸਟ ਟਾਈਮ ਕਿਤੇ ਦੇਖਦੇ ਆ ਲਾਈਵ ਸ਼ੋਅ 'ਤੇ, ਅਤੇ ਬਹੁਤ ਸਾਰੇ ਲੋਕ ਕਹਿੰਦੇ ਉਹ ਮੈਂ ਤਾਂ ਸੋਚਿਆ ਸੀ ਤੁਸੀਂ ਇੱਦਾਂ ਦੇ ਹੋਵੋਗੇ, ਮੈਂ ਤਾਂ ਸੋਚਿਆ ਸੀ ਤੁਸੀਂ ਇੱਦਾਂ ਦੇ ਹੋਵੋਗੇ। ਹੁਣ ਇਸ ਕੁੰਜੀ ਨੂੰ ਥੋੜ੍ਹਾ ਧਿਆਨ ਨਾਲ ਸਮਝੋ। ਜਿਹੜੀ ਪਿਕਚਰ ਤੁਹਾਡੇ ਦਿਮਾਗ 'ਚ ਬਣੀ ਆ, ਇਹ ਤੁਸੀਂ ਨਹੀਂ ਬਣਾਈ, ਇਹ ਆਪੇ ਬਣੀ। ਇਹ ਤੁਹਾਡੇ ਦਿਮਾਗ ਦਾ ਕਮਾਲ ਹੈ। ਤੁਹਾਡੇ ਅੰਦਰ ਜਿੰਨੀਆਂ ਵੀ ਉਸ ਟਾਈਮ ਤੋਂ ਪਹਿਲਾਂ ਦੀ ਮੈਮਰੀ ਆ, ਇੰਪ੍ਰੈਸ਼ਨਸ ਨੇ, ਇਮੋਸ਼ਨਸ ਨੇ, ਤੁਹਾਡੇ ਦਿਮਾਗ ਨੇ ਉਹਦੀ ਆਵਾਜ਼ ਸੁਣ ਕੇ, ਉਹਦੇ ਬੋਲਣ ਦਾ ਸਟਾਈਲ ਨੂੰ ਸੁਣ ਕੇ ਇੱਕ ਫੋਟੋ ਬਣਾ ਦਿੱਤੀ ਕਿ ਇਹ ਬੰਦਾ ਇੱਦਾਂ ਦਾ ਹੋਊਗਾ। ਪਰ ਜੇ ਮੈਂ ਤੁਹਾਨੂੰ ਉਸ ਟਾਈਮ ਕਹਾਂ ਵੀ ਨਹੀਂ 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 ਇਹ ਬੰਦਾ ਇੱਦਾਂ ਦਾ ਨਹੀਂ ਗਾ, ਇਹ ਤਾਂ ਉਹਨਾਂ ਨੂੰ ਲੱਗ ਰਿਹਾ ਕਿ ਬੰਦਾ ਸਰਦਾਰ ਹੈ, ਮੈਂ ਕਹਿ ਰਿਹਾ ਨਹੀਂ 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 ਉਹਦੇ ਵਾਲ ਕੱਟੇ ਹੋਏ, ਤੁਸੀਂ ਮੇਰੀ ਗੱਲ ਨਹੀਂ ਮੰਨੋਗੇ। ਤੁਹਾਡੀ ਦਿਮਾਗ 'ਚ ਪਿਕਚਰ ਅਜੇ ਵੀ ਉਹੀ ਰਹਿਣੀ ਆ। ਪਰ ਜਦੋਂ ਤੁਸੀਂ ਉਹਨੂੰ ਫਸਟ ਟਾਈਮ ਦੇਖੋਗੇ, ਉਦੋਂ ਤੁਹਾਨੂੰ ਥੋੜ੍ਹੇ ਟਾਈਮ ਲਈ ਥੋੜ੍ਹਾ ਜਿਹਾ ਸ਼ੌਕਿੰਗ ਲੱਗੂਗਾ, ਯਾਰ ਮੈਂ ਤਾਂ ਆਹ ਸੋਚਿਆ ਸੀ ਪਰ ਇੱਦਾਂ ਹੋ ਗਿਆ। ਬਟ ਸਟਿਲ ਪੁਰਾਣੀ ਪਿਕਚਰ ਤੁਹਾਡੇ ਦਿਮਾਗ 'ਚ ਰਹਿਣੀ ਆ, ਉਹ ਜਾਣੀ ਨਹੀਂ ਗੀ। ਤੁਸੀਂ ਨਵੀਂ ਉਹਦੇ 'ਤੇ ਇੰਪੋਜ਼ ਕਰਨੀ ਆ ਹੁਣ, ਕਿਉਂਕਿ ਤੁਸੀਂ ਦੇਖ ਲਿਆ। ਹੁਣ ਇੱਥੇ ਹੀ ਗੜਬੜਿਆ ਕਿ ਜਦੋਂ ਤੁਸੀਂ ਅੜਬ ਹੋ ਜਾਂਦੇ, ਅੜਬ ਦਾ ਮਤਲਬ ਕੀ ਆ ਕਿ ਮੈਂ ਜੋ ਸੋਚ ਲਿਆ, ਮੇਰੇ ਦਿਮਾਗ 'ਚ ਜੋ ਆ ਗਿਆ, ਬਸ ਇਹੀ ਠੀਕ ਆ। ਇਹੀ ਪੰਗਾ ਹੁੰਦਾ ਨੋਰਮਲੀ ਰਿਲੇਸ਼ਨਸ਼ਿਪ ਦੇ ਵਿੱਚ ਵੀ ਅਤੇ ਬੱਚਿਆਂ ਨਾਲ ਪੇਰੈਂਟਸ ਦਾ ਵੀ। ਬੱਚੇ ਨੂੰ ਵੀ ਹੁੰਦਾ ਵੀ ਇਹ ਜੋ ਬੋਲੀ ਜਾਂਦੇ ਮੈਂ ਤਾਂ ਇੱਦਾਂ ਹੀ ਕਰਨਾ, ਮੈਨੂੰ ਲੱਗਦਾ ਮੈਂ ਠੀਕ ਹਾਂ। ਹੁਣ ਜਿਵੇਂ ਮੂਰਤੀਕਾਰ ਪਹਿਲਾਂ ਮੂਰਤੀ ਨੂੰ ਸਾਂਚੇ 'ਚ ਢਾਲ ਲੈਂਦਾ, ਉਸ ਤੋਂ ਬਾਅਦ ਉਹਨੂੰ ਰਿਫਾਈਨ ਕਰਦਾ। ਪਹਿਲੇ 5 ਤੋਂ 7 ਸਾਲ, ਜਿਹੜਾ 5 ਤੋਂ 7 2 ਸਾਲ ਦਾ ਪੀਰੀਅਡ ਹੈ ਨਾ, ਇਹ ਥੋੜ੍ਹਾ ਵੀ ਹੁੰਦਾ। ਕਈ ਬੱਚੇ 5 'ਤੇ ਮੈਚਿਓਰ ਹੋ ਜਾਂਦੇ, ਕਈ 7 'ਤੇ ਮੈਚਿਓਰ ਹੁੰਦੇ। ਸੋ ਇਸ ਕਰਕੇ ਆਪਾਂ 2 ਸਾਲ ਵਿੱਚੋਂ ਗੈਪ ਕੀਤਾ। ਸੋ ਪਹਿਲੇ 7 ਸਾਲਾਂ 'ਚ ਇੱਕ ਸਾਂਚਾ ਤਿਆਰ ਹੋ ਜਾਂਦਾ। ਹੁਣ ਤੁਸੀਂ ਉਹਨੂੰ ਰਿਫਾਈਨ ਕਰਨਾ। ਹੁਣ ਤੁਹਾਡੀ ਲੋੜ, ਪਹਿਲਾਂ ਤੁਹਾਡੀ ਬੋਲਣ ਦੀ ਲੋੜ ਨਹੀਂ ਸੀ, ਉਹਨੇ ਸਿਰਫ ਤੁਹਾਨੂੰ ਦੇਖਣਾ ਸੀ, ਤੁਹਾਡੇ ਐਕਸ਼ਨ ਦੇਖਣੇ ਸੀ, ਤੁਸੀਂ ਕਿਵੇਂ ਵਿਚਰਦੇ ਆ, ਉਹਨੇ ਉਹ ਲਾਈਫ ਨੂੰ ਸਿੱਖ ਲੈਣਾ। ਹੁਣ ਤੁਹਾਡੀ ਬੋਲਣ ਦੀ ਲੋੜ ਹੈ, ਪਰ ਬੋਲਣ ਦੀ ਲੋੜ ਇੱਦਾਂ ਆ ਕਿ ਜਿਹੜੀ ਅਗਲੇ ਨੂੰ ਲਰਨਿੰਗ 'ਚ ਫੈਸਿਲੀਟੇਟ ਕਰੇ। ਹੁਣ ਟੀਚਰ, ਅਸੀਂ ਸੋਚਦੇ ਹਾਂ ਵੀ ਟੀਚਰ ਹੈ ਜੀ, ਇਹ ਟੀਚ ਕਰਦਾ। ਹੁਣ ਜੇ ਤੁਸੀਂ ਰੈਡੀ ਨਹੀਂ ਹੋ, ਮੈਂ ਤੁਹਾਨੂੰ ਕੁਛ ਵੀ ਟੀਚ ਨਹੀਂ ਕਰ ਸਕਦਾ। ਤੁਸੀਂ ਮੇਰੇ ਕੋਲੇ ਆ ਕੇ ਬਹਿ ਜਾਓਗੇ ਮੇਰੀ ਕਲਾਸ 'ਚ, ਮੇਰੇ ਵੱਲ ਦੇਖੀ ਵੀ ਜਾਓਗੇ, ਪਰ ਤੁਹਾਡਾ ਧਿਆਨ ਕਿਤੇ ਹੋਰ ਆ। ਮੈਂ ਤੁਹਾਡੀ ਮਰਜ਼ੀ ਤੋਂ ਬਿਨਾਂ ਤੁਹਾਡੇ ਦਿਮਾਗ ਦੇ ਵਿੱਚ ਕੋਈ ਵੀ ਕੌਨਸੈਪਟ ਨਹੀਂ ਵਾੜ ਸਕਦਾ ਜੇ ਤੁਸੀਂ ਨਹੀਂ ਰੈਡੀ। ਤੇ ਅਗਰ ਤੁਸੀਂ ਲਰਨਰ ਹੋ, ਫਿਰ ਮੈਂ ਤੁਹਾਡੀ ਲਰਨਿੰਗ ਨੂੰ ਫੈਸਿਲੀਟੇਟ ਕਰ ਸਕਦਾ। ਇਹੀ ਕੌਨਸੈਪਟ ਇਸ ਉਮਰ 'ਚ ਲੱਗਣਾ ਆ। ਬੱਚੇ ਦੀ ਇਮੈਜੀਨੇਸ਼ਨ ਬਣੀ ਹੋਈ ਆ, ਬੱਚੇ ਨੇ ਜੋ ਕਹਾਣੀਆਂ ਸੁਣੀਆਂ, ਜੋ ਵੀ ਉਹਨੇ 7 ਸਾਲ ਤੱਕ ਦੇਖਿਆ, ਉਹਦੇ ਦਿਮਾਗ 'ਚ ਇੱਕ ਪਿਕਚਰ ਬਣੀ ਹੋਈ ਹੈ। ਤੁਸੀਂ ਹੁਣ ਉਹਦੀ ਪਿਕਚਰ ਨੂੰ ਹੌਲੀ ਹੌਲੀ ਰਿਫਾਈਨ ਕਰਨਾ। ਇਸ ਉਮਰ 'ਚ ਉਹਨੂੰ ਸਮਝ ਲੱਗਣੀ ਆ ਕਿ ਜਿਹੜੀ ਮੈਂ ਫੋਟੋ ਬਣਾਈ ਆ ਉਹ ਠੀਕ ਨਹੀਂ ਆ, ਜਾਂ ਉਹ ਐਕਚੁਅਲੀ ਇੱਦਾਂ ਦੀ ਆ। ਹੁਣ ਤੁਸੀਂ ਉਹਨੂੰ ਬੋਲ ਕੇ ਅਤੇ ਦਿਖਾ ਕੇ ਰੀਅਲ ਵਰਡ ਨੂੰ ਕੰਬਾਈਨ ਕਰਨਾ। ਸੋ ਪਹਿਲਾਂ ਅਸੀਂ ਸਿਰਫ ਉਹਨੂੰ ਸਿੱਖਣ ਦਿੱਤਾ। ਜਿਵੇਂ ਪਹਿਲਾਂ ਉਹਨੇ ਲੈਂਗੁਏਜ ਸਿੱਖ ਲਈ, ਸੁੱਤੇ ਸਿੱਧ ਸਿੱਖ ਲਈ, ਹੁਣ ਅਸੀਂ ਉਹਨੂੰ ਲੈਂਗੁਏਜ ਨੂੰ ਰਿਫਾਈਨ ਕਰ ਰਹੇ। ਇਸੇ ਤਰ੍ਹਾਂ ਇਮੋਸ਼ਨਸ ਉਹਨੇ ਸੁੱਤੇ ਸਿੱਧ ਸਿੱਖ ਲਏ, ਹੁਣ ਅਸੀਂ ਉਹਨੂੰ ਰਿਫਾਈਨ ਕਰਨਾ। ਫੋਰ ਐਗਜ਼ਾਮਪਲ, ਮੈਂ ਤਾਂ ਐਗਜ਼ਾਮਪਲ ਛੋਟੀ ਜਿਹੀ ਦਿੰਦਾ। ਜਿਵੇਂ ਛੋਟੇ ਬੱਚੇ ਕੋਲ ਫਿਊਚਰ ਦਾ ਕੌਨਸੈਪਟ ਬਿਲਕੁਲ ਨਹੀਂ ਹੁੰਦਾ। ਉਹਨੂੰ ਨਹੀਂ ਪਤਾ ਕੱਲ੍ਹ ਕੀ ਹੋਣਾ, ਕੱਲ੍ਹ ਕੀ ਆ, ਪਰ ਉਹ ਥੋੜ੍ਹਾ ਵਰਡ ਨੂੰ ਸਮਝ ਲੈਂਦਾ ਕਿ ਕੱਲ੍ਹ ਮਤਲਬ ਕੁਛ ਹੋਣ ਵਾਲੀ ਚੀਜ਼ ਹੈ। ਬਟ ਉਹਦੇ ਦਿਮਾਗ 'ਚ ਅਜੇ ਵੀ ਇਹ ਕੌਨਸੈਪਟ ਨਹੀਂ ਹੁੰਦਾ ਕਿ ਕੱਲ੍ਹ ਮਤਲਬ ਕੱਲ੍ਹ। ਤੁਸੀਂ ਉਹਨੂੰ ਕਹਿੰਦੇ ਆਪਾਂ ਕੱਲ੍ਹ ਚੱਲਾਂਗੇ ਬਾਜ਼ਾਰ, ਉਹ ਥੋੜ੍ਹੀ ਦੇਰ ਲਈ ਬਾਅਦ ਫੇਰ ਆ ਜਾਂਦਾ, ਨਹੀਂ ਆਪਾਂ ਚੱਲੀਏ, ਆਪਾਂ ਲੈ ਕੇ ਆਈਏ, ਮੈਂ ਟੌਫੀ ਹੁਣੇ ਖਾਣੀ ਹੈ, ਤੁਸੀਂ ਕਹਿੰਦੇ ਨਹੀਂ ਆਪਾਂ ਕੱਲ੍ਹ ਲੈ ਕੇ ਆਵਾਂਗੇ। ਥੋੜ੍ਹੀ ਦੇਰ ਲਈ ਰੁਕਦਾ, ਫੇਰ ਆ ਜਾਂਦਾ, ਨਹੀਂ ਮੈਨੂੰ ਲੈ ਕੇ ਦਿਓ। ਉਹਦੇ ਕੋਲ ਕੱਲ੍ਹ ਦਾ ਕੌਨਸੈਪਟ ਨਹੀਂ ਹੈਗਾ। ਕੱਲ੍ਹ ਦਾ ਕੌਨਸੈਪਟ, ਫਿਊਚਰ ਦਾ ਕੌਨਸੈਪਟ ਵੀ 7 ਸਾਲ ਤੋਂ ਬਾਅਦ ਡਿਵੈਲਪ ਹੋਣਾ ਸ਼ੁਰੂ ਹੁੰਦਾ। ਉਹਨਾਂ ਨੂੰ ਲੱਗਦਾ ਕਿ ਹਾਂ ਕੁਛ ਆਉਣ ਵਾਲੀ ਚੀਜ਼ ਵੀ ਹੈਗੀ ਹੈ। ਸੋ 7 ਸਾਲ ਤੋਂ ਪਹਿਲਾਂ ਫਿਊਚਰ ਦੀ ਕੋਈ ਗੱਲ ਨਾ ਕਰੋ, ਗੱਲ ਉਹੀ ਕਰੋ ਜੋ ਪ੍ਰੈਜ਼ੈਂਟ ਸਾਹਮਣੇ ਆ। 7 ਤੋਂ 12 ਉਹਨੂੰ ਪਾਸਟ ਦਾ ਪਤਾ ਲੱਗ ਗਿਆ, ਪ੍ਰੈਜ਼ੈਂਟ 'ਚ ਤਾਂ ਉਹ ਹੈਗਾ ਹੀ ਆ, ਫਿਊਚਰ ਦਾ ਕੌਨਸੈਪਟ ਬਣ ਰਿਹਾ। ਹੁਣ ਤੁਸੀਂ ਪਹਿਲਾਂ ਉਹਨੂੰ ਪਿੱਛੇ ਲੈ ਕੇ ਜਾਣਾ, ਫਿਰ ਅੱਗੇ ਲੈ ਕੇ ਜਾਣਾ।
ਜਿਵੇਂ ਮੰਨ ਲਓ ਤੁਸੀਂ ਕਿਸੇ ਦੇ ਘਰ ਗਏ, ਤੁਸੀਂ ਕਿਸੇ ਦੇ ਘਰੋਂ ਚਾਹ ਪਾਣੀ ਪੀਤਾ, 2-3 ਘੰਟੇ ਬਿਤਾ ਕੇ ਆ ਰਹੇ ਹੋ ਨਾ, ਹੁਣ ਆਪਣੇ ਬੱਚੇ ਨਾਲ ਗੱਲ ਕਰੋ ਕਿ ਯਾਰ ਜੇ ਉਹ 8 ਸਾਲ ਦਾ ਬੱਚਾ ਹੈ ਕਿ ਹਾਂ ਬੇਟੇ ਤੁਹਾਨੂੰ ਕਿਵੇਂ ਦਾ ਲੱਗਿਆ ਉਹਨਾਂ ਦੇ ਘਰ ਜਾ ਕੇ। ਹੁਣ ਤੁਹਾਨੂੰ ਉਹ ਆਪਣੀ ਇਮੈਜੀਨੇਸ਼ਨ ਜਾਂ ਜੋ ਉਹਨੇ ਪਰਸੀਵ ਕੀਤਾ ਤੁਹਾਨੂੰ ਦੱਸੂਗਾ ਕਿ ਮੈਨੂੰ ਵਧੀਆ ਲੱਗਾ ਜਾਂ ਮੈਨੂੰ ਨਹੀਂ ਵਧੀਆ ਲੱਗਾ। ਅੱਛਾ ਉਹਨਾਂ ਦੇ ਬੱਚੇ ਨੇ ਬੜੇ ਖਰੂਦ ਕੀਤਾ, ਉਹ ਤੈਨੂੰ ਕਿਵੇਂ ਦਾ ਲੱਗਿਆ? ਜੇ ਉਹ ਕਹਿੰਦਾ ਹੈ ਕਿ ਮੈਨੂੰ ਮਾੜਾ ਲੱਗਿਆ, ਹੁਣ ਟਾਈਮ ਆ ਉਹਨੂੰ ਦੱਸਣ ਦਾ ਕਿ ਤੁਸੀਂ ਜਦੋਂ ਕਰਦੇ ਹੋ ਉਦੋਂ ਵੀ ਕਿਸੇ ਹੋਰ ਨੂੰ, ਦੇਖਣ ਵਾਲੇ ਨੂੰ ਇਹ ਚੀਜ਼ ਮਾੜੀ ਲੱਗਦੀ ਹੈ ਅਤੇ ਆਪਾਂ ਨੂੰ ਇਹ ਨਹੀਂ ਕਰਨੀ ਚਾਹੀਦੀ। ਇਹ ਇਸ ਲਈ ਇੱਦਾਂ ਕਰ ਰਿਹਾ ਵਾ ਕਿਉਂਕਿ ਇਹਨੇ ਪਹਿਲਾਂ ਇੱਦਾਂ ਇਹਦੇ ਨਾਲ ਹੋਇਆ ਵਾ, ਇਸ ਲਈ ਇਹ ਕਰ ਰਿਹਾ। ਹੁਣ ਬੱਚੇ ਦੇ ਅੰਦਰ ਐਸੋਸੀਏਸ਼ਨ ਬਣ ਰਹੀਆਂ, ਉਹਨੂੰ ਸਮਝ ਲੱਗ ਰਹੀ ਆ, ਹੁਣ ਉਹ ਦੇਖ ਵੀ ਰਿਹਾ, ਤੁਸੀਂ ਉਹਨੂੰ ਦਿਖਾ ਕੇ ਪਿੱਛੇ ਲੈ ਕੇ ਜਾ ਰਹੇ ਹੋ ਕਿ ਇੱਦਾਂ ਹੋਇਆ ਸੀ, ਇਸ ਕਰਕੇ ਉਹ ਇੱਦਾਂ ਕਰ ਰਿਹਾ। ਜੇ ਇੱਦਾਂ ਹੀ ਕਰੀ ਜਾਊਗਾ ਅਤੇ ਜਿਵੇਂ ਅੱਜ ਤੁਹਾਨੂੰ ਬੁਰਾ ਲੱਗਾ, ਬਾਕੀ ਲੋਕਾਂ ਨੂੰ ਵੀ ਬੁਰਾ ਲੱਗੂਗਾ। ਹੁਣ ਉਹ ਪਾਸਟ, ਪ੍ਰੈਜੈਂਟ ਅਤੇ ਫਿਊਚਰ ਦੇ ਵਿੱਚ ਇੱਕ ਬ੍ਰਿਜ ਤੁਸੀਂ ਉਹਦੇ ਦਿਮਾਗ 'ਚ ਬਣਾ ਰਹੇ ਹੋ। ਦੂਸਰੀ ਚੀਜ਼, ਜਦੋਂ ਤੁਸੀਂ ਉਹਨੇ ਗੱਲ ਕੀਤੀ, ਹੁਣ ਤੁਸੀਂ ਉਹਨੂੰ ਡਿਫਰੈਂਟ ਆਸਪੈਕਟ ਨਾਲ ਗੱਲ ਕਰ ਸਕਦੇ ਹੋ ਕਿ ਮੈਨੂੰ ਇੱਦਾਂ ਲੱਗਿਆ। ਮੰਮੀ ਨੂੰ ਪੁੱਛਿਆ ਤੈਨੂੰ ਕਿਵੇਂ ਲੱਗਿਆ, ਉਹ ਆਪਣਾ ਵਿਊ ਦਿੰਦੀ ਆ। ਹੁਣ ਤੁਸੀਂ ਵਿਜ਼ਡਮ ਦਾ ਜਾਲ ਬਣਾ ਰਹੇ ਹੋ ਉਹਦੇ ਦਿਮਾਗ ਦੇ ਵਿੱਚ। ਉਹ ਇੱਕ ਡਿਫਰੈਂਟ ਨਜ਼ਰੀਏ ਨੂੰ ਦੇਖ ਰਿਹਾ ਅਤੇ ਉਹ ਇਹਨੂੰ ਐਕਸੈਪਟ ਕਰੂਗਾ ਅਗਰ ਉਹਨੂੰ ਤੁਹਾਡੇ 'ਤੇ ਟਰਸਟ ਹੈ ਅਤੇ ਸੋ ਟਰਸਟ ਹੋਣਾ ਇਸ ਉਮਰ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ। 5 ਸਾਲ ਤੋਂ ਛੋਟਾ ਬੱਚਾ, ਚਾਹੇ ਡੈਡੀ ਅਬਿਊਸਿਵ ਹੈ, ਚਾਹੇ ਮਦਰ ਅਬਿਊਸਿਵ ਹੈ, ਭਾਵੇਂ ਉਹਨੂੰ ਕੁੱਟਦੀ ਆ, ਡੈਡੀ ਕੁੱਟਦਾ ਆ, ਮਾਰਦਾ, ਉਹ ਫਿਰ ਵੀ ਆਪਣੇ ਪੇਰੈਂਟਸ ਨਾਲ ਚਿੰਬੜਦਾ। ਪਰ 7 ਤੋਂ 12 ਸਾਲ ਵਾਲਾ ਬੱਚਾ ਹੁਣ ਚਿੰਬੜੇਗਾ ਨਹੀਂ। ਜੇ ਉਹਦੇ ਨਾਲ ਧੱਕਾ ਹੋਏਗਾ ਤਾਂ ਉਹ ਹੌਲੀ ਗੈਪ ਬਣਾਉਣਾ ਸ਼ੁਰੂ ਕਰੇਗਾ। ਟੀਨਏਜਰ 'ਚ ਤੇ ਆ ਕੇ ਤਾਂ ਬਿਲਕੁਲ ਹੀ ਫਿਰ ਬਾਗੀ ਹੋ ਜਾਏਗਾ। ਉਹ ਤਾਂ ਫਿਰ ਉਹਨੂੰ ਹੁੰਦਾ ਵੀ ਮੈਨੂੰ ਮੌਕਾ ਲੱਭਣਾ ਚਾਹੀਦਾ, ਮੈਂ ਇੰਡੀਪੈਂਡੈਂਟ ਕਦੋਂ ਹੋਣਾ, ਉਹ ਪਾਸੇ ਹੋ ਜਾਏਗਾ। ਇਸ ਟਾਈਮ ਦੇ ਵਿੱਚ ਟਰਸਟ ਬਣਨਾ ਬਹੁਤ ਜ਼ਰੂਰੀ ਹੈ। ਜੇ ਹੁਣ ਤੁਸੀਂ ਟਰਸਟ ਬਣਾ ਲਿਆ, ਤੁਹਾਡੀ ਸਾਰੀ ਲਾਈਫ, ਤੁਹਾਡੀ ਵੀ ਅਤੇ ਤੁਹਾਡੇ ਬੱਚੇ ਦੀ ਵੀ ਬੜੀ ਸੌਖੀ ਹੋ ਜਾਏਗੀ। ਉਹਨੂੰ ਦੇਖਣ ਦਾ ਨਜ਼ਰੀਆ ਆਉਣਾ ਸ਼ੁਰੂ ਹੋ ਜਾਏਗਾ। ਟਰਸਟ ਤੋਂ ਭਾਵ ਮੇਰਾ ਇਹ ਹੈ ਕਿ ਉਹਨੂੰ ਇਹ ਫੀਲ ਹੋਣਾ ਚਾਹੀਦਾ, ਉਹਨੂੰ ਇਹ ਦਿਸਣਾ ਚਾਹੀਦਾ ਕਿ ਮੇਰੇ ਮਾਂ ਬਾਪ ਲਈ ਸਭ ਤੋਂ ਇੰਪੋਰਟੈਂਟ ਚੀਜ਼ ਮੈਂ ਹਾਂ। ਉਹ ਮੇਰੇ ਲਈ ਕੰਸਰਨਡ ਨੇ, ਉਹ ਮੇਰੇ ਲਈ ਕੇਅਰਿੰਗ ਨੇ, ਇਹਨੂੰ ਦਿਸਣਾ ਚਾਹੀਦਾ। ਪਰ ਜੇ ਹੁਣ ਉਹਦੇ ਕੋਲ ਮੋਬਾਈਲ ਡਿੱਗ ਪਿਆ ਅਤੇ ਤੁਸੀਂ ਉਹਨੂੰ ਝਿੜਕਾਂ ਮਾਰਨੇ ਸ਼ੁਰੂ ਕਰਤੀਆਂ ਵੀ ਤੈਨੂੰ ਦਿਸਦਾ ਨਹੀਂ, ਤੈਨੂੰ ਕਿੰਨੀ ਵਾਰੀ ਕਿਹਾ ਤੂੰ, ਹੁਣ ਉਹਨੂੰ ਲੱਗਦਾ ਕਿ ਮੋਬਾਈਲ ਇਜ਼ ਮੋਰ ਇੰਪੋਰਟੈਂਟ ਦੈਨ ਮੀ, ਮੈਂ ਨਹੀਂ ਹੈਗਾ, ਮੋਬਾਈਲ ਜ਼ਿਆਦਾ ਇੰਪੋਰਟੈਂਟ ਹੈ। ਸੋ ਸਾਡੇ ਕੋਲ ਨਿੱਕੀਆਂ, ਅਸੀਂ ਤਾਂ ਸੋਚਦੇ ਹੀ ਹਾਂ ਕਿ ਇਹਨੂੰ ਸਮਝਾਈਏ, ਬਟ ਅਗੇਨ ਗੱਡਾ ਆਪਣਾ ਫਸਿਆ, ਆਪਾਂ ਗਲਤ ਥਾਂ 'ਤੇ ਜ਼ੋਰ ਲਾ ਲੈਂਦੇ ਹਾਂ, ਆਪਾਂ ਥੱਕ ਜਾਂਦੇ ਹਾਂ, ਗੱਡਾ ਫਿਰ ਬਾਹਰ ਨਹੀਂ ਨਿਕਲਦਾ, ਉਹ ਸਗੋਂ ਹੋਰ ਧੱਸ ਜਾਂਦਾ ਵਿੱਚ। ਬਿਲਕੁਲ। ਸੋ ਤੁਹਾਨੂੰ ਇੱਥੇ ਹੋਰ ਜ਼ਿਆਦਾ ਹੋਸ਼ਪੂਰਵਕ ਗੱਲ ਕਰਨੀ ਪੈਣੀ ਆ ਬੱਚੇ ਦੇ ਨਾਲ ਕਿ ਮੈਂ ਬੱਚੇ ਦੇ ਵਿੱਚ ਵਿਜ਼ਡਮ ਦਾ ਜਾਲ ਅਤੇ ਟਰਸਟ ਦੀ ਫਾਊਂਡੇਸ਼ਨ ਨੂੰ ਕਿਵੇਂ ਸੰਭਾਲਣਾ। ਇੱਕ ਵਾਰੀ ਉਹ ਬਣ ਗਿਆ, ਫਿਰ ਤੁਸੀਂ ਜਿਵੇਂ ਉਹਨੂੰ, ਉਹਦੀ ਇਮੈਜੀਨੇਸ਼ਨ ਦੀ ਕੈਪੈਸਿਟੀ ਪਹਿਲਾਂ ਬਣੀ ਹੋਈ ਆ, ਹੁਣ ਤੁਸੀਂ ਉਸ ਇਮੈਜੀਨੇਸ਼ਨ ਦਾ ਵਿਸਤਾਰ ਕਰਨਾ। ਜਦੋਂ ਤੁਸੀਂ ਕਹਿੰਦੇ ਹੋ ਯਾਰ ਤੈਨੂੰ ਪਤਾ ਮੈਨੂੰ ਵੀ ਇੱਦਾਂ ਫੀਲ ਹੋਇਆ, ਉਹ ਇਮੈਜਿਨ ਕਰੂਗਾ ਆਪਣੇ ਮਾਈਂਡ ਦੇ ਵਿੱਚ ਕਿ ਹਾਂ ਪਾਪਾ ਨੂੰ ਵੀ ਫੀਲ ਹੋਇਆ। ਠੀਕ ਹੈ ਨਾ। ਸੋ ਇਹ ਚੀਜ਼ ਬੜੀ ਇੰਪੋਰਟੈਂਟ ਹੈ ਇਸ ਏਜ ਗਰੁੱਪ ਦੇ ਵਿੱਚ। ਬਟ ਮੈਜੋਰਿਟੀ ਆਪਾਂ ਸੁੱਤੇ ਸਿੱਧੇ ਲੋਕੀ, ਆਪਾਂ ਥੋੜ੍ਹਾ ਫੋਰਸਫੁਲ ਜ਼ਿਆਦਾ ਹੋ ਜਾਂਦੇ ਹਾਂ। ਅਸੀਂ ਇਹਨੂੰ ਪਨਿਸ਼ਮੈਂਟ ਦੇਣੀ ਸ਼ੁਰੂ ਕਰ ਦਿੰਦੇ ਹਾਂ। ਚੰਗਾ ਠੀਕ ਹੈ, ਹੁਣ ਕੱਲ੍ਹ ਤੱਕ ਤੈਨੂੰ ਮੋਬਾਈਲ ਨਹੀਂ ਮਿਲਣਾ ਜਾਂ ਪਰਸੋਂ ਤੱਕ ਤੈਨੂੰ, ਅਸੀਂ ਉਹਨੂੰ ਉਹਦੀਆਂ ਪ੍ਰਿਵਿਲੇਜਸ ਤੋਂ ਡਿਪਰਾਈਵ ਕਰ ਦਿੰਦੇ ਹਾਂ, ਜਿਹਦਾ ਕਿ ਮਾੜਾ ਇੰਪੈਕਟ ਪੈਂਦਾ। ਔਰ ਇਹ ਬਹੁਤ ਕਾਮਨ ਪ੍ਰੋਬਲਮ ਹੈ, ਸਖਤੀ ਜਿਹੜਾ ਕਰਨਾ, ਕਿਉਂਕਿ ਅਸੀਂ ਕੁਛ ਕਲਚਰ 'ਚੋਂ ਵੀ ਸਿੱਖਿਆ, ਸਾਡੇ ਕਲਚਰ 'ਚ ਤੇ ਇੱਥੋਂ ਤੱਕ ਵੀ ਹੈ ਕਿ ਜੇ ਮੈਂ ਦੇਖ ਰਿਹਾ ਸੀ ਕੁਛ ਦੋਸਤਾਂ ਦੇ ਮੈਸੇਜ ਕਿ ਸਾਨੂੰ ਤੇ ਇਹੀ ਨਹੀਂ ਸੀ ਸਮਝ ਪੈਂਦਾ ਕਿ ਸਾਨੂੰ ਕੁੱਟ ਕਿਸ ਚੀਜ਼ ਤੋਂ ਪੈਂਦੀ ਹੈ। ਸੋ ਇਹ ਵੱਡੇ ਸਵਾਲ ਨੇ, ਇਹਨਾਂ ਨੂੰ ਅਸੀਂ ਹੋਰ ਥੋੜ੍ਹਾ ਵਿਸਥਾਰ 'ਚ ਸਮਝਣ ਦੀ ਕੋਸ਼ਿਸ਼ ਕਰਾਂਗੇ। ਗੱਲਬਾਤ ਅਸੀਂ ਕਰ ਰਹੇ ਹਾਂ ਕਿ ਬੱਚਿਆਂ ਦੀ ਸਾਂਭ ਸੰਭਾਲ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਗਲਤੀਆਂ, ਖਾਸ ਕਰਕੇ ਜਿਹੜਾ 7 ਤੋਂ 12 ਸਾਲ ਵਾਲਾ ਏਜ ਗਰੁੱਪ ਹੈ, ਉਹਦੇ 'ਚ ਪੇਰੈਂਟਸ ਕਰ ਰਹੇ ਨੇ ਅਤੇ ਉਹਨਾਂ ਤੋਂ ਕਿਵੇਂ ਬਚਣਾ, ਇਹ ਸਾਡੀ ਅੱਜ ਦੀ ਗੱਲਬਾਤ ਦਾ ਮੁੱਦਾ ਹੈ। ਗੱਲਬਾਤ ਅਸੀਂ ਕਰ ਰਹੇ ਹਾਂ ਬੱਚਿਆਂ ਦੀ ਪਰਵਰਿਸ਼ ਨੂੰ ਲੈ ਕੇ, ਜੋ ਵੱਡੇ ਸਵਾਲ ਨੇ। ਡਾਕਟਰ ਬਰਜਿੰਦਰ ਚੀਮਾ ਸਾਡੇ ਨਾਲ ਸਟੂਡੀਓ ਦੇ ਵਿੱਚ ਨੇ। ਅਤੇ ਡਾਕਟਰ ਚੀਮਾ, ਮੈਂ ਦੇਖ ਰਿਹਾ ਸੀ ਕਈ ਦੋਸਤਾਂ ਦੇ ਮੈਸੇਜਸ ਆ ਰਹੇ ਨੇ ਕਿ ਜਿਹੜੇ ਸਾਡੇ ਕਲਚਰ ਦੇ ਵਿੱਚ, ਪੁਰਾਣੇ ਕਲਚਰ ਦੇ ਵਿੱਚ ਬੱਚਿਆਂ ਨੂੰ ਮਾਰਨਾ ਕੁੱਟਣਾ ਬੜੀ ਕਾਮਨ ਚੀਜ਼ ਸੀ ਕਿ ਕਈ ਤਾਂ ਇਹ ਸਮਝਦੇ ਨੇ ਕਿ ਬੱਚੇ ਨਾਲ ਸਖਤੀ ਨਾ ਕੀਤੀ ਜਾਏ ਉਹ ਵਿਗੜ ਜਾਏਗਾ, ਉਹ ਸਿੱਖ ਹੀ ਨਹੀਂ ਸਕਦਾ ਕੁਛ। ਅਤੇ ਇਹਦਾ ਬੱਚਿਆਂ 'ਤੇ ਕੀ ਅਸਰ ਪੈਂਦਾ? ਅੱਜ ਕੱਲ੍ਹ ਤਾਂ ਵੈਸੇ ਇੱਥੇ ਅਤੇ ਇਸ ਮੁਲਕ 'ਚ ਤਾਂ ਬੱਚਿਆਂ ਨੂੰ ਜੇ ਤੁਸੀਂ ਥੋੜ੍ਹਾ ਜਿਹਾ ਝਿੜਕਦੇ ਵੀ ਹੋ, ਬੱਚੇ ਬਹੁਤ ਬੁਰਾ ਮਨਾਉਂਦੇ ਨੇ। ਹਾਂਜੀ। ਪਰ ਜਿਹੜੇ ਹੁਣ ਪੁਰਾਣੇ ਕਲਚਰ 'ਚੋਂ ਆਏ ਨੇ, ਉਹਨਾਂ ਨੇ ਤਾਂ ਜਿਵੇਂ ਕਹਿ ਹੀ ਰਹੇ ਨੇ ਦੋਸਤ ਕਿ ਪਤਾ ਨਹੀਂ ਕਿੰਨੀ ਕੁ ਕੁੱਟ ਖਾਧੀ ਹੈ।
ਸ਼ਮੀਲ ਜੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਔਰ ਬਹੁਤ ਪੇਰੈਂਟਸ ਇਹੀ ਸੋਚਦੇ ਆ ਕਿ ਅਸੀਂ ਖਾਧੀ ਹੈ ਤੇ ਫਿਰ ਕੀ ਹੈ ਜਦੋਂ ਲੱਗ ਗਈਆਂ ਤੇ ਕੁਛ ਹੱਦ ਤੱਕ ਉਹ ਠੀਕ ਨੇ, ਬਟ ਜਦੋਂ ਤੁਸੀਂ ਇਸ ਮੁਲਕ 'ਚ ਆ ਗਏ, ਇੱਥੇ ਜਿਹੜੇ ਬੱਚੇ ਆ ਨਾ ਉਹਨਾਂ ਦੀ ਇੱਕ ਬਹੁਤ ਵੱਡੀ ਪ੍ਰੋਬਲਮ ਹੈ, ਉਹਨਾਂ ਕੋਲ ਇੱਕ ਬਹੁਤ ਵੱਡਾ ਰਿਸੋਰਸ ਨਹੀਂ ਹੈਗਾ। ਜਿਵੇਂ ਤੁਸੀਂ ਜਦੋਂ ਜੁਆਇੰਟ ਫੈਮਿਲੀ ਸੀਗੇ ਜਾਂ ਇੱਕ ਘਰ 'ਚ ਸੀਗੇ, ਤੁਸੀਂ ਮੰਨ ਲਓ ਕਿ ਤੁਸੀਂ ਫਾਦਰ ਨੂੰ ਤੁਸੀਂ 2 ਲਾਤੀਆਂ, ਉਸੇ ਵੇਲੇ ਉਹਨੂੰ ਗਲਵੱਕੜੀ 'ਚ ਲੈਣ ਵਾਸਤੇ ਉਹਦੀ ਦਾਦੀ ਆ, ਉਹਦੀ ਤਾਈ ਆ, ਉਹਦਾ ਚਾਚਾ ਹੈ, ਉਹਦਾ ਤਾਇਆ ਹੈ, ਜਿਹੜਾ ਉਹਨੂੰ ਕਾਊਂਟਰ ਬੈਲੈਂਸ ਕਰਦਾ ਹੈ। ਚਲਾ ਯਾਰ ਤੂੰ ਛੱਡ ਡੈਡੀ ਨੂੰ, ਕੋਈ ਨਹੀਂ ਤੈਨੂੰ ਮੈਂ ਲੈ ਦਿੰਦਾ। ਉਹਨੂੰ ਦੋਵੇਂ ਚੀਜ਼ਾਂ ਮਿਲ ਰਹੀਆਂ। ਜੇ ਉਹਨੂੰ ਗੁੱਸਾ ਵੀ ਮਿਲਿਆ ਨਾ ਤੇ ਉਹਦੇ ਕੋਲ ਇੱਕ ਬਹੁਤ ਸਾਰਾ ਪਿਆਰ ਲੈਣ ਲਈ ਇੱਕ ਚੀਜ਼ ਹੋਰ ਉਹਦੇ ਕੋਲ ਸਹਾਰਾ ਖੜਾ ਆ। ਬਿਲਕੁਲ। ਬਟ ਇੱਥੇ ਕੀ ਹੋ ਗਿਆ, ਹੁਣ ਜਿਹੜੇ ਨਿਊਕਲੀਅਰ ਫੈਮਲੀਜ਼ ਨੇ, ਤੁਸੀਂ ਬੱਚੇ ਨੂੰ ਝਿੜਕ ਮਾਰਤੀ ਜਾਂ ਉਹਨੂੰ ਗੁੱਸੇ ਹੋ ਗਏ ਜਾਂ ਉਹਨੂੰ ਥੱਪੜ ਮਾਰਤਾ ਸਪੋਜ਼, ਉਹਦੇ ਕੋਲ ਕੋਈ ਕਾਊਂਟਰ ਮੈਜਰ ਨਹੀਂ ਹੈਗਾ। ਉਹ ਕਿੱਥੇ ਜਾਵੇ? ਬਿਲਕੁਲ। ਉਹ ਵਿਚਾਰਾ ਆਪਣੇ ਕਮਰੇ 'ਚ ਚਲੇ ਜਾਂਦਾ ਵਾ, ਉਹਦਾ ਗੁੱਸਾ ਕੱਢਣ ਵਾਸਤੇ, ਉਹਨੂੰ ਕੰਸੋਲ ਕਰਨ ਵਾਸਤੇ ਕੋਈ ਨਹੀਂ ਹੈਗਾ। ਉਹ ਸਕਰੀਨ 'ਤੇ ਬਹਿੰਦਾ ਬਸ। ਸੋ ਇਸੇ ਕਰਕੇ ਕਈ ਲੋਕ ਇਹ ਮਹਿਸੂਸ ਕਰਦੇ ਆ ਕਿ ਇੱਥੋਂ ਦੇ ਬੱਚੇ ਰੁੱਖੇ ਬੜੇ ਆ। ਰੁੱਖੇ ਤਾਂ ਹੋਣਾ ਹੀ ਆ, ਕਿਉਂਕਿ ਉਹਨਾਂ ਨੂੰ ਪਲੋਸਣ ਅਤੇ ਪਿਆਰ ਵਾਲੀ ਜਿਹੜੀ ਲੈਂਗੁਏਜ ਹੈ ਉਹ ਨਹੀਂ ਦੇ ਸਕਿਆ ਕੋਈ। ਚਾਹੀਦਾ ਇਹ ਆ ਵੀ ਜੇ ਮੈਂ ਗੁੱਸੇ ਹੋਇਆ ਆਪਣੇ ਬੱਚਿਆਂ ਨੂੰ, ਅਤੇ ਮੇਰੀ ਜਿਹੜੀ ਘਰ ਵਾਲੀ ਆ, ਹਾਲਾਂਕਿ ਅਸੀਂ ਆਪਣੇ ਪਰਿਵਾਰ 'ਚ ਆਪਣੇ ਫੈਮਿਲੀ 'ਚ ਕਰਦੇ ਵੀ ਹਾਂ, ਕਿ ਤੁਹਾਡੀ ਜਿਹੜੀ ਵਾਈਫ ਆ ਉਹ ਉਸੇ ਵੇਲੇ ਦਾਦੀ ਤਾਈ ਚਾਚੀ ਦਾ ਰੋਲ ਲੈ ਲੈਂਦੀ। ਉਹਨੇ ਪਹਿਲਾਂ ਕਹਿਣਾ ਚੱਲ ਕੋਈ ਨਹੀਂ ਪਾਪਾ ਨੇ ਕਹਿ ਤਾ, ਹੌਲੀ ਹੌਲੀ ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਾਉਣਾ ਕਿ ਜਿਹੜੀ ਪਾਪਾ ਨੇ ਜਿਹੜੀ ਗੱਲ ਤੋਂ ਕਿਹਾ ਆ ਉਹਦਾ ਰੀਜ਼ਨ ਆ ਅਸੀਂ, ਪਰ ਉਹਨੂੰ ਕਾਊਂਟਰ ਮੈਜਰ ਦਿਓ। ਜੇ ਮੰਮੀ ਨੇ ਕੁਛ ਕਿਹਾ, ਪਰ ਹੁੰਦਾ ਕਿ ਇਹ ਨਾਰਮਲੀ ਪਰ ਘਰਾਂ 'ਚ ਕੀ ਹੁੰਦਾ, ਜੇ ਮਦਰ ਨੇ ਜਾਂ ਫਾਦਰ ਨੇ ਕੁਛ ਕਹਿ ਦਿੱਤਾ ਬੱਚੇ ਨੂੰ, ਜੇ ਦੂਸਰਾ ਸਪਾਊਸ ਉਹਨੂੰ ਕਾਊਂਟਰ ਕਰਦਾ ਆ ਤਾਂ ਉਹ ਬੱਚੇ ਦੇ ਸਾਹਮਣੇ ਆਪਸ 'ਚ ਲੜ ਪੈਂਦੇ ਆ ਕਿ ਜਦੋਂ ਮੈਂ ਇਹਨੂੰ ਕਹਿ ਦਿਆਂ ਤੂੰ ਮੈਨੂੰ ਕਿਉਂ ਟੋਕ ਰਹੀ ਹੈ। ਇਹ ਬੜੀ ਕਾਮਨ ਗੱਲ ਹੈ। ਜਾਂ ਮਦਰ ਕਹਿ ਜਾਂਦੀ ਵੀ ਤੁਸੀਂ ਮੈਨੂੰ ਕਿਉਂ ਟੋਕ ਰਹੇ ਹੋ ਇਹਦੇ ਸਾਹਮਣੇ, ਹੈ ਨਾ। ਠੀਕ ਆ, ਉਹਦੇ ਸਾਹਮਣੇ ਨਾ ਕਰੋ, ਪਾਸੇ ਹੋ ਕੇ ਕਰ ਲਓ, ਬਟ ਅਸੀਂ ਆਪਸ 'ਚ ਉਲਝ ਜਾਂਦੇ। ਬੱਚੇ ਇਹਨੂੰ ਸੰਭਾਲਣ ਦੀ ਬਜਾਏ ਅਸੀਂ ਆਪਸ 'ਚ ਉਲਝ ਜਾਂਦੇ। ਜਦੋਂ ਉਸ ਟਾਈਮ ਝਿੜਕ ਮਾਰਨ ਵਾਲੇ ਨੂੰ ਜਦੋਂ ਦੂਜਾ ਬੰਦਾ ਕਾਊਂਟਰ ਕਰਦਾ ਵਾ, ਉਹਨੂੰ ਵੀ ਇੱਕ ਸਹਾਰਾ ਚਾਹੀਦਾ ਹੁੰਦਾ ਵਾ ਵੀ ਮੈਂ ਠੀਕ ਹਾਂ ਜਾਂ ਗਲਤ ਹੁੰਦਾ ਕਿ ਜੇ ਦੂਸਰਾ ਬੱਚੇ ਨੂੰ ਪਿਆਰ ਨਾਲ ਸਮਝਾਉਣ ਦੀ ਮਤਲਬ ਕੋਈ ਸਹਾਰਾ ਦੇਣ ਦੀ ਕੋਸ਼ਿਸ਼ ਕਰਦਾ, ਦੂਸਰਾ ਜਿਹੜਾ ਪਾਰਟਨਰ ਰਹੇ ਕਹੇਗਾ ਤੂੰ ਵਿਗਾੜ ਰਿਹਾ ਬੱਚੇ, ਵਿਗਾੜ ਰਿਹਾ। ਹਾਂ, ਸੋ ਆਪਾਂ ਨੂੰ ਥੋੜ੍ਹਾ ਜਿਹਾ ਇੱਥੇ ਮੋਡ ਚੇਂਜ ਕਰਨ ਦੀ ਲੋੜ ਹੈ, ਕਿਉਂਕਿ ਸਾਡੇ ਬੱਚੇ ਜੁਆਇੰਟ ਫੈਮਿਲੀ 'ਚ ਨਹੀਂ ਹੈਗੇ। ਸਾਡੇ ਬੱਚਿਆਂ ਕੋਲ ਕਾਊਂਟਰ ਮੈਜਰ ਨਹੀਂ ਹੈਗਾ। ਉਹਨਾਂ ਕੋਲ ਕਾਊਂਟਰ ਮੈਜਰ ਇੱਕੋ ਹੀ ਆ, ਇੱਕ ਸਕਰੀਨ ਅਤੇ ਦੂਜਾ ਸੁਸਾਇਟੀ। ਉਹ ਬਾਹਰ ਜਾਣਗੇ, ਬਾਹਰੋਂ ਸ਼ਾਇਦ ਉਹਨਾਂ ਨੂੰ ਕੋਈ ਪੁੱਛ ਲੇ ਵੀ ਯਾਰ ਤੇਰਾ ਮੂੰਹ ਜਾਂ ਉਤਰਿਆ, ਤੈਨੂੰ ਕੀ ਹੋਇਆ। ਇਹ ਕੰਸਰਨ ਹੈ। ਮੈਂ ਵੀ ਤੁਹਾਨੂੰ ਅੱਗੇ ਪੁੱਛਣਾ ਸ਼ਮੀਲ ਜੀ, ਅੱਜ ਤੁਸੀਂ ਥੋੜ੍ਹੇ ਜਿਹੇ ਢਿੱਲੇ ਢਿੱਲੇ ਜਿਹੇ ਲੱਗ ਰਹੇ ਹੋ, ਤੁਹਾਡਾ ਮੇਰੇ ਨਾਲ ਬਦੋ ਬਦੀ ਕਨੈਕਸ਼ਨ ਥੋੜ੍ਹਾ ਜਿਹਾ ਡੂੰਘਾ ਹੋ ਜਾਣਾ। ਪਰ ਪੇਰੈਂਟਸ ਕਈ ਵਾਰੀ ਪੁੱਛਦੇ ਨਹੀਂ ਹੈ ਗੱਲ ਆਪਣੇ ਬੱਚੇ ਨੂੰ ਕਿ ਯਾਰ ਤੂੰ ਢਿੱਲਾ ਲੱਗ ਰਿਹਾ, ਤੈਨੂੰ ਕੀ ਹੋਇਆ। ਇਹ ਬਹੁਤ ਜ਼ਰੂਰੀ ਹੈ। ਠੀਕ ਆ, ਤੁਸੀਂ ਗੁੱਸੇ ਹੋਣਾ, ਗੁੱਸੇ ਹੋ ਲਓ, ਬਟ ਟਰਸਟ ਤਾਂ ਬਣੂਗਾ ਜੇ ਤੁਸੀਂ ਉਹਨੂੰ ਉਹਦੀ ਫੀਲਿੰਗ ਨੂੰ ਉਹਦੇ ਫੇਸ 'ਤੇ ਦੇਖ ਕੇ ਪਛਾਣ ਕੇ ਉਹਨੂੰ ਪੁੱਛੋਗੇ, ਅਤੇ ਫਿਰ ਉਹ ਚਾਹੇ ਤੁਹਾਡੀ ਝਿੜਕਦਾ ਵੀ ਗੁੱਸਾ ਨਾ ਕਰੇ, ਉਹਨੂੰ ਲੱਗੂਗਾ ਕਿ ਹਾਂ ਮੇਰੇ ਫਾਇਦੇ ਲਈ ਕਹਿ ਰਹੇ ਆ। ਬਟ ਜੇ ਇਹਨੂੰ ਇਹ ਲੱਗ ਰਿਹਾ ਨਾ ਕਿ ਮੈਨੂੰ ਸਮਝ, ਜਿਵੇਂ ਮੈਂ ਫਸਟ ਵੀਡੀਓ 'ਚ ਵੀ ਕਿਹਾ ਸੀ, ਲੋਕੀ ਬੱਚੇ ਆ ਕੇ ਕਹਿੰਦੇ ਜੀ ਵੀ ਆਰ ਨਾਟ ਲਿਸਨਡ, ਸਾਨੂੰ ਐਂ ਲੱਗਦਾ ਸਾਡੇ ਬੱਚੇ, ਸਾਡੇ ਪੇਰੈਂਟਸ ਸਾਡੀ ਗੱਲ ਨਹੀਂ ਸਮਝਦੇ, ਉਹ ਸਾਨੂੰ ਸਮਝ ਨਹੀਂ ਪਾਉਂਦੇ, ਗੈਪ ਬਣ ਜਾਂਦਾ। ਪਰ ਉਹ ਜਦੋਂ ਬਾਹਰ ਜਾਂਦੇ, ਇੱਕ ਸਟਰੀਟ ਬॉय ਨੂੰ ਕਹਿੰਦਾ ਯਾਰ ਤੂੰ ਛੱਡ ਪਰਾਂ, ਤੇਰਾ ਮੂਡ ਖਰਾਬ, ਚਲਾ ਮੈਂ ਤੈਨੂੰ ਘੁਮਾ ਕੇ ਲਿਆਉਣਾ, ਚਲਾ ਮੈਂ ਤੈਨੂੰ ਉੱਥੇ ਲੈ ਕੇ ਜਾਣਾ, ਉਹਦੀ ਬਦੋ ਬਦੀ ਸਬਕੌਨਸ਼ੀਅਸ ਲੈਵਲ 'ਤੇ ਨਾ ਚਾਹੁੰਦਿਆਂ ਹੋਇਆਂ ਵੀ ਉਹਦੇ ਨਾਲ ਅਟੈਚਮੈਂਟ ਹੋ ਜਾਂਦੀ। ਔਰ ਇਹੀ ਕੰਮ ਸਾਡੇ ਨਾਲ ਪੋਲੀਟੀਸ਼ੀਅਨ ਵੀ ਕਰਦੇ। ਕਈ ਵਾਰੀ ਅਸੀਂ ਫਸ ਜਾਂਦੇ ਹਾਂ, ਉਹ ਕਹਿੰਦੇ ਨੇ ਤੁਹਾਨੂੰ ਇਹਨੇ ਤੰਗ ਕੀਤਾ, ਕੋਈ ਨਹੀਂ ਮੈਂ ਠੀਕ ਕਰਾ ਦਿੰਦਾ, ਅਸੀਂ ਟਿਲਟ ਹੋ ਜਾਂਦੇ, ਸਾਨੂੰ ਪਤਾ ਨਹੀਂ ਲੱਗਦਾ। ਸੋ ਵਿਜ਼ਡਮ ਜਿਹੜੀ ਆ, ਵਿਜ਼ਡਮ ਦਾ ਟਾਈਮ ਹੈ 7 ਤੋਂ 12। ਵਿਜ਼ਡਮ ਬਣਾਉਣ ਲਈ ਤੁਹਾਨੂੰ ਟਰਸਟ ਬਣਾਉਣਾ ਪੈਣਾ, ਤੁਹਾਨੂੰ ਗੱਲ ਕਰਨੀ ਪੈਣੀ ਹੈ, ਔਰ ਤੁਹਾਨੂੰ ਗੱਲ ਇਸ ਤਰੀਕੇ ਨਾਲ ਕਰਨੀ ਪੈਣੀ ਹੈ ਕਿ ਤੁਸੀਂ ਉਹਦੀ ਲਰਨਿੰਗ ਨੂੰ ਇਨਹੈਂਸ ਕਰਨਾ ਆ, ਉਹਨੂੰ ਟੀਚ ਨਹੀਂ ਕਰਨਾ। ਟੀਚ ਨਹੀਂ ਕਰ ਸਕਦੇ ਤੁਸੀਂ ਜੇ ਉਹ ਤਾਂ ਰੈਡੀ ਨਹੀਂ ਹੈਗਾ, ਤਾਂ ਸਾਨੂੰ ਪਹਿਲਾਂ ਉਹਨੂੰ ਰੈਡੀ ਕਰਨਾ ਪਊਗਾ। ਉਹ ਤਾਂ ਰੈਡੀ ਹੋਊਗਾ ਜੋ ਤੁਹਾਡੇ 'ਤੇ ਟਰਸਟ ਕਰਦਾ ਹੋਊਗਾ। ਸੋ ਇਹ ਆਪਸ ਦੇ ਵਿੱਚ ਇੱਕ ਦੂਜੇ ਨੂੰ ਸਟਰੈਂਥਨ ਕਰਦੀਆਂ ਨੇ ਚੀਜ਼ਾਂ, ਲਰਨਿੰਗ ਅਤੇ ਟਰਸਟ। ਸੋ ਗੁੱਸੇ ਹੋਣਾ ਥੋੜ੍ਹਾ ਜਿਹਾ ਘਟਾਓ, ਇੰਸਟਰਕਸ਼ਨਸ ਦੇਣੀਆਂ ਥੋੜ੍ਹੀਆਂ ਜਿਹੀਆਂ ਘਟਾਓ, ਸਾਰਾ ਦਿਨ ਟੀਚਰ ਨਾ ਬਣੇ ਰਹੋ, ਪ੍ਰੋਸੈਸ ਨੂੰ ਦੇਖੋ। ਮੇਰੀ ਕੋਸ਼ਿਸ਼ ਹੈ ਕਿ ਮੈਂ ਪੇਰੈਂਟਸ ਨੂੰ ਪ੍ਰੋਸੈਸ ਸਮਝਾ ਸਕਾਂ ਕਿ ਯਾਰ ਇੱਦਾਂ ਕਰਕੇ ਗੱਲ ਕਰੋ, ਉਹਦੇ ਨਾਲ ਈਜ਼ੀ ਹੋ ਜਾਂਦਾ। ਬਿਲਕੁਲ ਸਹੀ ਗੱਲ ਹੈ ਜੀ। ਅਤੇ ਜਿਹੜੀ ਤੁਹਾਡੀ ਗੱਲ ਦਾ ਜੇ ਸਾਰ ਕੱਢਣਾ ਹੋਵੇ, ਮੈਂ ਕਹਿ ਸਕਦਾ ਕਿ ਜਿਹੜਾ ਪਿਆਰ ਹੈ ਇਹ ਬੱਚੇ ਦਾ ਬਰਥ ਰਾਈਟ ਹੈ। ਬਰਥ ਰਾਈਟ, ਬਿਲਕੁਲ। ਅਤੇ ਬੱਚੇ ਨੂੰ ਇਹ ਮੈਸੇਜ ਜਾਣਾ ਬਹੁਤ ਜ਼ਰੂਰੀ ਹੈ ਕਿ ਮੇਰੇ ਪੈਰੈਂਟਸ ਮੈਨੂੰ ਪਿਆਰ ਕਰਦੇ ਨੇ, ਪਿਆਰ, ਬਿਲਕੁਲ, ਔਰ ਦੁਨੀਆ ਦੀ ਹੋਰ ਕਿਸੇ ਵੀ ਸ਼ੈ ਨਾਲੋਂ ਵੱਧ ਕਰਦੇ ਨੇ, ਬਿਲਕੁਲ। ਅਤੇ ਇਹ ਚੀਜ਼ ਹੀ ਬਾਕੀ ਸਾਰੀਆਂ ਚੀਜ਼ਾਂ ਨੂੰ
ਸਾਰੀਆਂ ਚੀਜ਼ਾਂ ਤੇ ਉੱਤੇ ਭਾਰੀ ਹੋਣੀ ਪੈ ਚਾਹੀਦੀ- ਜਾਂਦੀ ਹੈ, ਭਾਰੀ ਭਾਰੀ ਪੈ ਚਾਹੀਦੀ ਜਾਂਦੀ ਹੈ। ਹੈ, ਭਾਰੀ ਪੈ ਜਾਂਦੀ ਹੈ। ਸੋ ਪਿਆਰ ਤੋਂ ਵੱਡਾ ਕੋਈ ਤਰੀਕਾ ਨਹੀਂ ਹੈ। ਹਾਂਜੀ, ਕਾਰ 'ਚ ਕੋਈ ਚੀਜ਼ ਡੁੱਲ teaching ਜਾਂਦੀ ਦਾ। ਹੈ ਬੱਚੇ ਕੋਲੋਂ ਤੇ ਕਈ ਵਾਰੀ ਪੇਰੈਂਟਸ ਬਹੁਤ ਗੁੱਸੇ ਹੋ ਜਾਂਦੇ, ਤੈਨੂੰ ਸਮਝ ਨਹੀਂ ਲੱਗਦੀ, ਤੂੰ ਦੇਖਿਆ ਨਹੀਂ, ਤੈਨੂੰ ਮੈਂ ਕਿਹਾ ਸੀ, ਤੂੰ ਫੜਿਆ ਨਹੀਂ। ਕੋਈ ਗੱਲ ਨਹੀਂ ਯਾਰ, ਕਾਰ ਸਾਫ਼ ਹੋ ਜਾਊਗੀ, ਪਰ ਜਿਹੜਾ ਤੁਸੀਂ ਇੰਪ੍ਰੈਸ਼ਨ ਉਹਦੇ ਮਾਈਂਡ 'ਤੇ ਅੱਜ ਛੱਡ ਰਹੇ ਹੋ ਨਾ, ਉਹ ਨਹੀਂ ਜਾਣਾ ਕਦੀ ਵੀ। ਉਹ ਤੁਸੀਂ ਸਮਝ ਲਓ ਕਿ ਮੈਂ ਇਹਦੇ ਬੈਂਕ 'ਚ ਜਮ੍ਹਾਂ ਕਰਾਤਾ, ਇਹ ਹੁਣ ਸੂਦ ਸਮੇਤ ਵਾਪਸ ਆਊਗਾ ਜਦੋਂ ਵੀ ਕਿਤੇ ਆਇਆ। ਸੋ ਦਿਲ ਨਾ ਤੋੜੋ, ਚੀਜ਼ਾਂ ਟੁੱਟਣ ਦਿਓ, ਚੀਜ਼ਾਂ ਨੂੰ ਖਰਾਬ ਹੋ ਲੈਣ ਦਿਓ, ਚੀਜ਼ਾਂ ਨੂੰ ਇੰਪੋਰਟੈਂਸ ਨਾ ਦਿਓ, ਪਰਸਨ ਨੂੰ ਇੰਪੋਰਟੈਂਸ ਦਿਓ, ਬੱਚੇ ਨੂੰ ਇੰਪੋਰਟੈਂਸ ਦਿਓ। ਜੇ ਬੱਚੇ ਨੂੰ ਅੱਜ ਇਹ ਲੱਗ ਗਿਆ ਕਿ ਮੈਂ ਸਭ ਤੋਂ ਇੰਪੋਰਟੈਂਟ ਚੀਜ਼ ਹੈ, ਉਹਨੂੰ ਉਹ ਸੇਮ ਤੁਹਾਨੂੰ ਵਾਪਸ ਦੇਵੇਗਾ, ਸੇਮ ਸੁਸਾਇਟੀ ਨੂੰ ਵਾਪਸ ਦੇਵੇਗਾ। ਦੇਖੋ ਪੇਰੈਂਟਸ ਖਾਸ ਕਰਕੇ ਪਿਓ ਜਾਂ ਕਈ ਕਿਸੇ ਸਿਚੁਏਸ਼ਨ 'ਚ ਮਦਰ ਵੀ ਐਵੇਂ ਪੁਲਿਸ ਆਫਿਸਰ ਦੀ ਤਰ੍ਹਾਂ ਹਾਂਜੀ, ਐਕਟ ਕਰਨਾ ਸ਼ੁਰੂ ਕਰ ਦਿੰਦੇ ਨੇ ਪਰਿਵਾਰ 'ਚ। ਹਾਂਜੀ ਬਿਲਕੁਲ। ਹੁਣ ਇਹ ਕਹਿਣਾ ਇਹ ਮੇਰਾ ਕਮਰਾ ਹੈ, ਇਹ ਤੇਰਾ ਕਮਰਾ ਹੈ, ਇਹ ਤੇਰੇ ਭਰਾ ਦਾ ਕਮਰਾ ਹੈ। ਅਸੀਂ ਡਿਵੀਜ਼ਨ ਲਾ ਦਿੱਤੀ ਹੈ। ਹੁਣ ਜਦੋਂ ਮੇਰੇ ਤੇਰੇ 'ਚ ਆ ਗਈ ਨਾ ਗੱਲ, ਹੁਣ ਲੜਾਈਆਂ ਵਧਣੀਆਂ। ਜਦੋਂ ਆਪਾਂ 'ਤੇ ਗੱਲ ਆਉਂਦੀ ਆ ਫਿਰ ਲੜਾਈ ਸੋਲਵ ਹੁੰਦੀ ਆ। ਸੋ ਬਹੁਤੇ ਵੱਡੇ ਘਰਾਂ 'ਚ ਰਹਿਣ ਵਾਲੇ ਜਿਨ੍ਹਾਂ ਨੇ ਹਰ ਆਪਣੇ ਬੱਚੇ ਨੂੰ ਡਿਫਰੈਂਟ ਰੂਮ, ਡਿਫਰੈਂਟ ਬਾਥਰੂਮ, ਡਿਫਰੈਂਟ ਡਿਵਾਈਸਿਸ ਦਿੱਤੀਆਂ, ਆਈ ਐਮ ਸੌਰੀ ਟੂ ਸੇ, ਤੁਸੀਂ ਇੱਕ ਡਿਵਾਈਡ ਖੜੀ ਕਰ ਰਹੇ ਹੋ ਬਹੁਤ ਅਰਲੀ ਔਨ ਕਿ ਆ ਤੇਰਾ ਆ ਉਹਦਾ ਆ, ਤੇਰਾ ਆ ਉਹਦਾ ਆ। ਇਹਨਾਂ ਨੇ ਮੇਰੇ ਤੇਰੇ 'ਚ ਹੀ ਉਲਝਣਾ ਸਾਰੀ ਉਮਰ, ਤੁਸੀਂ ਬਾਅਦ 'ਚ ਨਹੀਂ ਠੀਕ ਕਰ ਸਕਦੇ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਅਤੇ ਇਹ ਸਨ ਡਾਕਟਰ ਬਰਜਿੰਦਰ ਚੀਮਾ, ਜਿਨ੍ਹਾਂ ਨਾਲ ਅਸੀਂ ਬੱਚਿਆਂ ਦੀ ਪਰਵਰਿਸ਼ ਨੂੰ ਲੈ ਕੇ ਜੋ ਵੱਡੇ ਸਵਾਲ ਸਾਡੇ ਇਸ ਸਮਾਜ 'ਚ ਨੇ, ਨਵਾਂ ਸਮਾਜ ਜਿਹੜਾ ਸਾਡੇ ਖੂਨ 'ਚ ਨਹੀਂ ਸੀ, ਜਿਹਨੂੰ ਅਸੀਂ ਅਡੋਪਟ ਕੀਤਾ ਕੁਛ ਤਰੱਕੀ ਨਾਲ, ਕੁਛ ਮੁਲਕ ਚੇਂਜ ਕਰਕੇ, ਕੁਛ ਟੈਕਨੋਲੋਜੀ ਨੇ, ਉਹਦੇ 'ਚ ਜਿਹੜੇ ਚੈਲੰਜਸ ਆਏ ਨੇ ਉਹ ਸਾਡੇ ਲਈ ਨਵੇਂ ਚੈਲੰਜਸ ਨੇ, ਅਤੇ ਸਾਡੇ ਲਈ ਵੀ ਇਹਨਾਂ ਚੈਲੰਜਸ ਨੂੰ ਸਮਝਣਾ ਅਤੇ ਇਹਨਾਂ ਨਾਲ ਡੀਲ ਕਰਨਾ ਇੱਕ ਨਵੀਂ ਚੁਣੌਤੀ ਹੈ। ਅਤੇ ਇਹ ਗੱਲ ਸਮਝੇ ਬਗੈਰ ਨਹੀਂ ਹੋ ਸਕਦੀ। ਮੈਂ ਦੇਖ ਰਿਹਾ ਬਹੁਤ ਸਾਰੇ ਦੋਸਤ ਕਹਿ ਰਹੇ ਨੇ ਕਿ ਪੁਰਾਣੇ ਜਿਹੜੇ ਐਪੀਸੋਡ ਨੇ ਉਹ ਅਸੀਂ ਦੇਖਣੇ ਆ। ਸਾਡੀ ਸਾਈਟ 'ਤੇ ਅਸੀਂ ਜਦੋਂ ਇਹ ਸਾਡੀ ਸੀਰੀਜ਼ ਪੂਰੀ ਹੋ ਗਈ, ਇਕੱਠੇ ਇੱਕ ਜਗ੍ਹਾ ਹੀ ਅਸੀਂ ਸਾਰੇ ਅਪਲੋਡ ਕਰ ਦੇਣੇ, ਅਤੇ ਤੁਹਾਨੂੰ ਸਾਰੇ ਇਕੱਠੇ ਸੁਣਨ ਨੂੰ ਮਿਲ ਜਾਣਗੇ ਰੈਡ FM ਦੀ ਵੈਬਸਾਈਟ ਦੇ ਉੱਤੇ। ਅਤੇ ਮੇਰੇ ਖਿਆਲ 2 ਸ਼ਾਇਦ ਐਪੀਸੋਡ ਅਸੀਂ ਹੋਰ ਕਰੀਏ, ਉਸ ਤੋਂ ਬਾਅਦ ਤੁਹਾਨੂੰ ਇਕੱਠੇ ਸਾਰੇ ਇੱਕੋ ਥਾਂ 'ਤੇ ਮਿਲ ਜਾਣਗੇ।